सत श्री अकाल। मैं प्रिंसिपल जतिंदर कौर रंधावा, सपुत्री सरदार कुंदन सिंह जी, सरदारनी जसवंत कौर जी, जथेदार मोहन सिंह जी नागोके, जिन्हां नूं समुचे सिख पंथ दे पंथक आगुआं, सिख लीडरशिप, श्रोमणी गुरुद्वारा प्रबंधक कमेटी वालों जुरैनी मसली सर्बसम्मति नाल 1935 ईस्वी तो 1952 1952 ईस्वी तक 17 साल लगातार श्री अकाल तख्त साहिब जी ਅਤੇ ਨਾਲ ਇੱਕੋ ਸਮੇਂ 1944 1944 ਤੋਂ 1948 1948 ਈਸਵੀ ਤੱਕ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪੰਜਾਬ ਭਾਰਤ ਵਰਗੀਆਂ ਮਹਾਨ ਦੋਹਾਂ ਪਦਵੀਆਂ ਤੇ ਸਰਬਸੰਮਤੀ ਨਾਲ ਸੁਭਾਏਮਾਨ ਰਹਿ ਕੇ ਸੇਵਾ ਕਰਨ ਦਾ ਮਾਣ ਦੇ ਕੇ ਨਿਵਾਜਿਆ, ਜੋ ਕਿ LCPC ਦੇ 100 ਸਾਲ ਦੇ ਇਤਿਹਾਸ ਦੇ ਵਿੱਚ ਇੱਕ ਇਕਲੌਤੀ ਮਿਸਾਲ ਹੈ। मैं उन्हां दी दोतरी हाँ। मैं अपनी ई बुक थ्रू माई आईज माई ग्रैंडफादर का चैप्टर 12 लैके आप सब सुजान श्रोतियां दे रूबरू हाँ। इस विच असीं श्री हरमंदर साहिब जी दीआं परिक्रमा नूं चौड़ियां खुलियां करके आले दुआले दर्शनी ड्योड़ियां बूंगे आदि दे निर्माण कराउण दा प्रोसैस, जो कि उन्हां ने 1944 ईस्वी विच प्रेजिडेंट LCPC बनदियां किवें शुरू करवा के संपूर्ण कराया दे वेरवे सांझे करांगे। इस दे नाल ही 1935 ईस्वी विच बनाई गई सिख रहत मर्यादा दा खरड़ा तैयार करवा के सिख पंथ दी धार्मिक रौहरी कमेटी तो प्रवान करवा के उपरंत LCPC तो पास करवा के लागू करवाया। इस दे पहले पन्ने ते होर महान पंथक शख्सियतां, मुखियां, समाजिक ते धार्मिक संस्थावां दे नाल ही जथेदार साहिब जी दा नाम प्रथम स्थान ते अंकित है। कहो नानक सब तेरी वड्याई, कोई नाउ ना जाने मेरा। उन्हां दे कुछ इतिहासिक कम्मां वाल थोड़ी जी पंची चार मारदे हां। उन्हां ने 20वीं सदी दे आरंभ 1918 ईस्वी विच मैट्रिक पास करन उपरंत कालेज दी उच्च विद्या प्राप्ति वाल ना जाके अपने किसान माता पिता दा आर्थिक तौर ते हत्थ वटाउण लई डिप्टी कमिश्नर ਅੰਮ੍ਰਿਤਸਰ ਦੇ ਦਫ਼ਤਰ ਵਿਖੇ ਸਰਕਾਰੀ ਨੌਕਰੀ ਕਰਨ ਨੂੰ ਪਹਿਲ ਦਿੱਤੀ। ਪਰ 13 ਅਪ੍ਰੈਲ 1919 ਈਸਵੀ ਵਿਸਾਖੀ ਦੇ ਦਿਹਾੜੇ ਜਲਿਆਂਵਾਲੇ ਬਾਗ ਅੰਮ੍ਰਿਤਸਰ ਪੰਜਾਬ ਵਿਖੇ 100 ਸਾਲ ਪਹਿਲਾਂ ਰੋਲਟ ਐਕਟ ਵਿਰੁੱਧ ਸ਼ਾਂਤਮਈ ਅੰਦੋਲਨ ਕਰਨ ਲਈ ਇਕੱਤਰ ਹੋਏ ਸੈਂਕੜੇ ਨਿਹੱਥੇ ਅੰਦੋਲਨਕਾਰੀਆਂ ਉੱਤੇ ਅੰਗਰੇਜ਼ ਹਕੂਮਤ ਦੇ ਜਨਰਲ ਡਾਇਰ ਨੇ ਗੋਲਾਬਾਰੀ ਕਰ ਦਿੱਤੀ। इस विच हजारां बेगुनाह शहीद हो गए। जथेदार जी साके दे विरुद्ध अपनी आवाज चुकण लई अगले दिन सिर ते काली दस्तार सजा के दफ्तर पहुंचे। ਉਹ भी उस समय जदों अंग्रेज हुकूमत मार्शल ला लगा के पंजाबियां नूं ਅੰਮ੍ਰਿਤਸਰ ਦੀਆਂ कुछ गलियां विच पग्गां गल विच पा के पेट दे भार रिड़न लई मजबूर कर रही सी। पग्गां अपने गल विच पा लो, तुरो पेट दे भार। उपरंत 21 फरवरी 1921 ईस्वी ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਵਿਖੇ ਸ਼ਿਸ਼ੋਪਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ ਦੇ ਵਿੱਚ ਵਾਪਰੇ ਖੂਨੀ ਸਾਕੇ ਨੇ ਸਾਰੇ ਦੇਸ਼ ਵਿੱਚ ਹਾਹਾਕਾਰ ਮਚਾ ਦਿੱਤੀ ਤਾਂ ਜਥੇਦਾਰ ਨਾਗੋਕੇ ਜੀ ਧੂਰ ਅੰਦਰ ਤੱਕ ਝੰਜੋੜੇ ਗਏ। ਇਸ ਕਰਕੇ ਇਸ ਸਾਕੇ ਦੇ ਵਿਰੋਧ ਲਈ ਉਹਨਾਂ ਨੇ ਹਮੇਸ਼ਾ ਲਈ ਸਿਰ ਤੇ ਕਾਲੀ ਦਸਤਾਰ ਸਜਾ ਲਈ। ਇਸ ਤਰ੍ਹਾਂ ਹਰ ਰੋਜ਼ ਕਾਲੀ ਦਸਤਾਰ ਸਜਾ ਕੇ ਤੇ ਉਹ ਵੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਵਿੱਚ ਸਰਕਾਰੀ ਸੀਟ ਤੇ ਬੈਠ ਕੇ ਸਾਰਾ ਦਿਨ ਸਰਕਾਰੀ ਕੰਮ ਕਰਨਾ ਆਪਣੇ ਆਪ ਵਿੱਚ ਇਕੱਲੀ ਮਿਸਾਲ ਹੈ। ਇਸ ਗੱਲ ਦਾ ਜ਼ਿਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ ਨਾਮੀ ਪੁਸਤਕ ਵਿੱਚ ਡਾਕਟਰ ਹਰਜਿੰਦਰ ਸਿੰਘ ਦਲਗੀਰ ਪੰਨਾ 332 ਵਿੱਚ ਲਿਖਦੇ ਹਨ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸਰਦਾਰ ਮੋਹਨ ਸਿੰਘ ਜੀ ਨੂੰ ਇਸ ਲਈ ਆਮ ਲੋਕਾਂ ਦੇ ਸਾਹਮਣੇ ਝਾੜ ਵੀ ਪਾਈ, ਪਰ ਉਹ ਦ੍ਰਿੜ ਸੰਕਲਪ ਰਹੇ। ਉਹਨਾਂ 6 ਫਰਵਰੀ 1924 ਈਸਵੀ ਨੂੰ ਰਾਸ਼ਟਰੀ ਪੱਧਰ ਦੇ ਜੈਤੋ ਦੇ ਮੋਰਚੇ ਲਈ ਪਹਿਲੇ 500 ਸਿੰਘਾਂ ਦੇ ਸ਼ਹੀਦੀ ਜਥੇ ਵਿੱਚ ਸ਼ਾਮਲ ਹੋਣ ਲਈ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। 9 ਫਰਵਰੀ ਨੂੰ ਤੁਰੇ ਜੈਤੋ ਦੇ ਸ਼ਾਂਤਮਈ ਮੋਰਚੇ ਦੇ ਸਿੱਖਾਂ ਉੱਤੇ ਅੰਗਰੇਜ਼ ਹਾਕਮ ਮਿਸਟਰ ਵਿਲਸਨ ਜੌਨਸਟਨ ਨੇ ਗੋਲੀਆਂ ਦੀ ਵਾਰਛੜ ਕਰਾ ਦਿੱਤੀ। ਜਥੇਦਾਰ ਜੀ ਦੇ ਸੱਜੇ ਪੱਟ ਵਿੱਚ ਗੋਲੀ ਵੱਜੀ। ਆਪਰੇਸ਼ਨ ਉਪਰੰਤ ਠੀਕ ਹੋ ਕੇ 27 ਮਾਰਚ 1924 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਚੱਲੇ ਜੈਤੋ ਦੇ ਚੌਥੇ ਸ਼ਹੀਦੀ ਜਥੇ ਵਿੱਚ ਫਿਰ ਸ਼ਾਮਲ ਹੋ ਗਏ।
18 ਅਪ੍ਰੈਲ 1924 ਈਸਵੀ ਨੂੰ ਜੈਤੋ ਵਿਖੇ ਪਹੁੰਚੇ ਸ਼ਹੀਦੀ ਜਥੇ ਦੇ ਸਾਰੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਪ ਜੀ ਨੇ 1.5 ਸਾਲ ਬਾਵਲ ਘਾਟੀ ਤੇ ਨਾਭਾ ਵਿੱਚ ਬਾਮਸ਼ੱਕਤ ਕੈਦ ਕੱਟੀ। ਆਪ ਜੀ ਦੀਆਂ ਕੌਮ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖ ਕੇ ਆਪ ਜੀ ਨੂੰ SGPC ਅੰਮ੍ਰਿਤਸਰ ਦੇ ਪਹਿਲੇ ਕਲਰਕ, ਫਿਰ ਮੁਖਤਾਰੇ ਆਮ ਤੇ ਫਿਰ ਸੁਪਰਡੈਂਟ ਬਣਾਏ ਗਏ। ਦੇਸ਼ ਭਗਤ ਹੋਣ ਕਰਕੇ 1930 ਈਸਵੀ ਵਿੱਚ ਰਾਸ਼ਟਰੀ ਪੱਧਰ ਤੇ ਸੱਤਿਆਗ੍ਰਹਿ ਅਤੇ ਅਸਹਿਯੋਗ ਅੰਦੋਲਨਾਂ ਵਿੱਚ ਵੱਧ ਚੜ੍ਹ ਕੇ ਆਪ ਜੀ ਨੇ ਹਿੱਸਾ ਲਿਆ। ਵਿਦੇਸ਼ੀ ਕੱਪੜਿਆਂ ਅਤੇ ਵਸਤਾਂ ਦੇ ਬਾਈਕਾਟ ਅੰਦੋਲਨ ਦੌਰਾਨ ਆਪ ਜੀ ਨੂੰ ਲਾਹੌਰ ਵਿਖੇ ਗ੍ਰਿਫਤਾਰ ਕਰ ਲਿਆ ਗਿਆ। ਆਪ ਜੀ ਨੇ ਅਟਕ ਤੇ ਬੋਸਟਲ ਜੇਲ੍ਹ ਵਿੱਚ ਕੈਦ ਕੱਟੀ। ਰਿਹਾ ਹੋਣ ਉਪਰੰਤ 1931 ਈਸਵੀ ਵਿੱਚ ਸਰਬਸੰਮਤੀ ਨਾਲ ਆਪ ਜੀ ਨੂੰ ਮੀਤ ਜਥੇਦਾਰ, 1935 ਈਸਵੀ ਤੋਂ 1952 ਈਸਵੀ ਤੱਕ ਯੂਨਾਨੀਮਸਲੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ, ਨਾਲ 1944 ਤੋਂ 1948 ਈਸਵੀ ਤੱਕ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਪਦਵੀ ਤੇ ਸੁਸ਼ੋਭਿਤ ਹੋ ਕੇ ਉਹਨਾਂ ਨੇ ਕਰੜੇ ਫੈਸਲੇ ਲਏ। 25 ਅਕਤੂਬਰ 1945 ਈਸਵੀ ਨੂੰ ਉਹਨਾਂ ਆਪਣੀ ਰਹਿਨੁਮਾਈ ਵਿੱਚ ਭਾਰਤ ਦੇਸ਼ ਦੀ 2 ਹਿੱਸਿਆਂ ਵਿੱਚ ਵੰਡ ਬਾਰੇ ਦੇ ਵਿਰੁੱਧ ਬਹੁਤ ਸੰਮਤੀ ਨਾਲ SGPC ਦੇ ਜਨਰਲ ਇਜਲਾਸ ਵਿੱਚ ਮਤਾ ਪਾਸ ਕਰਾਇਆ, ਜਿਸ ਰਾਹੀਂ ਸਮੂਹ ਦੇਸ਼ ਵਾਸੀਆਂ ਤੇ ਪੰਥ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਭਾਰਤ ਦੇ 2 ਟੁਕੜੇ ਪਾਰਟੀਸ਼ਨ ਦੇਸ਼ ਦੇ ਨਾਲ ਹੀ ਪੰਥਕ ਹਸਤੀ ਦੇ ਲਈ ਵੀ ਬਹੁਤ ਖਤਰਨਾਕ ਸਿੱਧ ਹੋਣਗੇ। ਇਸ ਲਈ ਸਮੂਹ ਦੇਸ਼ ਵਾਸੀਆਂ ਨੂੰ ਇਕਜੁੱਟ ਹੋ ਕੇ ਸਾਥ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਗਈ। ਉਸ ਵਕਤ ਨਾ ਤਾਂ ਅਜੋਕੇ ਸਮੇਂ ਵਾਂਗ ਸੰਚਾਰ ਸਾਧਨ ਤੇ ਨਾ ਹੀ ਆਵਾਜਾਈ ਦੇ ਵਸੀਲੇ ਸਨ, ਪਰ ਮੈਨੂੰ ਫਖਰ ਹੈ ਕਿ ਉਸ ਸਮੇਂ ਦੇ ਆਗੂ ਵਰਕਰ ਤੇ ਜਨਮਾਨਸ ਇੱਕ ਥਾਂ ਤੋਂ ਦੂਜੀ ਥਾਂ ਸਹਿਜੇ ਹੀ ਆਪਣੀ ਰਾਏ ਪਹੁੰਚਾਉਣ ਵਿੱਚ ਕਾਮਯਾਬ ਰਹਿੰਦੇ ਸਨ। ਜਥੇਦਾਰ ਸਾਹਿਬ ਜੀ ਦੀ ਰਾਏ ਤੇ ਪੁਰਜ਼ੋਰ ਅਪੀਲ ਨੂੰ ਅਣਗੌਲਿਆ ਕਰਨ ਦਾ ਨਤੀਜਾ ਪੂਰੀ ਦੁਨੀਆ ਦੇ ਸਾਹਮਣੇ ਹੈ। ਹਿੰਦੁਸਤਾਨ 2 ਹਿੱਸਿਆਂ ਵਿੱਚ ਵੰਡਿਆ ਗਿਆ, ਭਾਰਤ ਤੇ ਪਾਕਿਸਤਾਨ। ਪੰਜਾਬ ਤੇ ਬੰਗਾਲ ਨੂੰ ਵੀ 2 ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਪੰਜਾਬ ਦੀ ਜ਼ਰਖੇਜ਼ ਜ਼ਮੀਨ ਅਤੇ ਸਿੱਖਾਂ ਦੇ ਕਾਫੀ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ, ਜਿਨ੍ਹਾਂ ਦੇ ਦਰਸ਼ਨ ਦੀਦਾਰ ਕਰਨ ਦੀ ਅਰਦਾਸ ਹਰ ਸਿੱਖ ਅੱਜ ਵੀ ਕਰਦਾ ਹੈ। ਉਪਰੰਤ ਫਿਰ ਉਹਨਾਂ ਆਪਣੇ ਦੂਰ ਅੰਦੇਸ਼ੀ ਹੋਣ ਦਾ ਸਬੂਤ ਦਿੱਤਾ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਨਵੰਬਰ 1948 ਈਸਵੀ ਨੂੰ ਗੁਰੂ ਪੰਥ ਦੇ ਉਜਲ ਭਵਿੱਖ ਨੂੰ ਮੁੱਖ ਰੱਖ ਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੀਪਮਾਲਾ ਸਮੇਂ ਹੁਕਮਨਾਮਾ ਜਾਰੀ ਕੀਤਾ ਗਿਆ। ਸਾਡਾ ਦੇਸ਼ ਭਾਰਤ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਚੁੱਕਾ ਹੈ। ਆਜ਼ਾਦ ਭਾਰਤ ਵਿੱਚ ਅਸੀਂ ਪੰਥ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣਾ ਹੈ ਅਤੇ ਦੇਸ਼ ਨੂੰ ਤਰੱਕੀ ਦੀ ਸਿਖਰ ਤੇ ਪਹੁੰਚਾਉਣਾ ਹੈ। ਇਸ ਲਈ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਤੇ ਮਾਸੂਮ ਹਿੰਦੀ ਭੈਣਾਂ ਦੀ ਆਜ਼ਾਦੀ ਲਈ ਅਕਾਲ ਪੁਰਖ ਅੱਗੇ ਅਰਦਾਸੇ ਕਰਨੇ ਹਨ। ਇਹ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਪਹਿਲੀ ਅਰਦਾਸ ਸੀ। ਅੱਗੋਂ ਉਹਨਾਂ ਕਿਹਾ, ਪਾਕਿਸਤਾਨ ਵਿੱਚ ਘਰ ਘਾਟ ਲੁਟਾ ਆਏ ਸਿੱਖ ਤੇ ਹਿੰਦੂ ਭਰਾਵਾਂ ਦੇ ਮੁੜ ਵਸੇਬੇ ਲਈ ਉਦਮ ਤੇ ਉਪਰਾਲੇ ਕੀਤੇ ਜਾਣੇ ਹਨ। ਇਹ ਅਰਦਾਸ ਪੂਰੀ ਹੋਣ ਲਈ ਭਾਰਤ ਸਰਕਾਰ ਸਾਧਨ ਬਣੀ। ਆਜ਼ਾਦ ਭਾਰਤ ਦੀ ਰੀਹੈਬਿਲਿਟੇਸ਼ਨ ਮਿਨਿਸਟਰੀ ਵੱਲੋਂ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਨੂੰ ਪੰਜਾਬ ਗਵਰਨਮੈਂਟ ਦੇ ਡੈਲੀਗੇਸ਼ਨ ਦੇ ਚੇਅਰਮੈਨ ਬਣਾ ਕੇ ਹੋਰ ਸਟੇਟਸ ਦੇ ਨਾਲ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿਖੇ ਪਾਕਿਸਤਾਨ ਤੋਂ ਉਜੜ ਕੇ ਆਏ ਪੰਜਾਬੀਆਂ ਦੇ ਮੁੜ ਵਸੇਬੇ ਲਈ ਜਗ੍ਹਾ ਜ਼ਮੀਨਾਂ ਤਲਾਸ਼ਣ ਭੇਜਿਆ ਗਿਆ, ਜਿਸ ਦਾ ਜ਼ਿਕਰ ਉਹਨਾਂ ਨੇ ਪੂਰੀ ਡਿਟੇਲ ਨਾਲ ਕਾਲੇ ਪਾਣੀ ਦੇ ਸਫ਼ਰ ਵਿੱਚ ਆਪਣੀ ਹੱਥ ਲਿਖਤ ਵਿੱਚ ਦਰਜ ਕੀਤਾ ਹੈ। ਇਤਿਹਾਸ ਗਵਾਹ ਹੈ ਕਿ ਉਹਨਾਂ ਨੇ ਸਿੱਖ ਤੇ ਹਿੰਦੂ ਭੈਣ ਭਰਾਵਾਂ ਦੇ ਮੁੜ ਵਸੇਬੇ ਲਈ SGPC ਦੇ ਸਾਰੇ ਵਸੀਲੇ ਖੋਲ ਦਿੱਤੇ ਸਨ। ਇਸ ਦੇ ਨਾਲ ਹੀ ਉਹ ਸਭ ਨੂੰ ਉਹਨਾਂ ਦੇ ਬਣਦੇ ਵਾਜਬ ਹਿੱਸੇ ਦਿਵਾਉਣ ਵਿੱਚ ਸਫਲ ਰਹੇ। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ। ਥੋੜੀ ਜਿਹੀ ਜਾਣਕਾਰੀ ਅੰਮ੍ਰਿਤਸਰ ਸ਼ਹਿਰ ਬਾਰੇ ਲਈਏ। ਅੰਮ੍ਰਿਤਸਰ ਦੀ ਭਾਲ ਕਿਵੇਂ ਤੇ ਕਿਸ ਨੇ ਕੀਤੀ ਅਤੇ ਇਸ ਦਾ ਨਾਮ ਅੰਮ੍ਰਿਤਸਰ ਕਿਵੇਂ ਪਿਆ। ਬਹੁਤੀਆਂ ਸਾਖੀਆਂ ਅਨੁਸਾਰ ਗੁਰੂ ਨਾਨਕ ਦੇਵ ਜੀ 1559 ਬਿਕਰਮੀ ਵਿੱਚ ਪਹਿਲੀ ਉਦਾਸੀ ਸਮੇਂ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਬਿਆਸ ਦਰਿਆ ਪਾਰ ਕਰਕੇ ਸੁਲਤਾਨਵਿੰਡ ਪਿੰਡ ਦੀ ਜੂਹ ਵਿੱਚ ਬਿਰਛਾਂ ਦੇ ਝੁੰਡ ਹੇਠ ਬੈਠ ਕੇ, ਜਿੱਥੇ ਹੁਣ ਅੰਮ੍ਰਿਤ ਸਰੋਵਰ ਹੈ, ਇਸ ਧਰਤੀ ਨੂੰ ਭਾਗ ਲਗਾਏ। ਗੁਰੂ ਨਾਨਕ ਦੇਵ ਜੀ ਨੇ ਆਪਣੀ ਅਗਮੀ ਦ੍ਰਿਸ਼ਟੀ ਨਾਲ ਸ੍ਰੀ ਰਾਗ ਦੇ 9ਵੇਂ ਸ਼ਬਦ ਰਾਹੀਂ ਹਰਮੰਦਰ ਦੇ ਉਸਰਨ ਵੱਲ ਸੰਕੇਤ ਵੀ ਦਿੱਤਾ। ਪ੍ਰਭ ਹਰਮੰਦਰ ਸੋਹਣਾ ਤਿਸ ਮੈਂ ਮਾਣਕ ਲਾਲ।
ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਤੋਂ ਆਪਣੇ ਪਰਿਵਾਰ ਨੂੰ ਮਿਲ ਕੇ ਇਸੇ ਹੀ ਰਸਤੇ ਤੋਂ ਗੁਰੂ ਨਾਨਕ ਦੇਵ ਜੀ ਪਾਸ ਕਰਤਾਰਪੁਰ ਸਾਹਿਬ ਪਹੁੰਚ ਜਾਂਦੇ ਸਨ। ਪੁਰਾਤਨ ਸਾਖੀਆਂ ਤੇ ਗੁਰ ਇਤਿਹਾਸ ਅਨੁਸਾਰ ਤੀਸਰੇ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀਂ ਲੱਕੜ ਦੀ ਮੋੜੀ ਨਿਸ਼ਾਨੀ ਗੱਡ ਕੇ ਇਸ ਇਲਾਕੇ ਦਾ ਨਾਂ ਅੰਮ੍ਰਿਤਸਰ ਰੱਖਿਆ ਸੀ। ਮਹਿਮਾ ਪ੍ਰਕਾਸ਼ ਵਿੱਚ ਇਹ ਦਰਜ ਵੀ ਹੈ। ਪਰ ਪਤਾ ਕਰੂੰ ਪ੍ਰਮਾਣ ਕੀ ਗੁਰੂ ਅਮਰਦਾਸ ਜੀ ਦਾ ਸ਼ਲੋਕ ਵੀ ਹੈ, ਅੰਮ੍ਰਿਤਸਰ ਸਿਫਤੀ ਦਾ ਘਰ। ਚੌਥੇ ਗੁਰੂ ਰਾਮਦਾਸ ਜੀ ਵੀ ਫਰਮਾਉਂਦੇ ਹਨ, ਗੁਰ ਸੱਚੇ ਬੱਧਾ ਥੇ ਰਖਵਾਲੇ ਗੁਰ ਦਿੱਤੇ। ਉਹਨਾਂ ਨੇ ਹੀ ਗੁਰੂ ਅਮਰਦਾਸ ਜੀ ਦੇ ਨਾਮ ਤੇ ਇਸ ਥਾਂ ਦਾ ਨਾਮ ਅੰਮ੍ਰਿਤਸਰ ਰੱਖਿਆ ਹੋਵੇਗਾ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਕਹਿ ਕੇ ਗੁਰੂ ਅਰਜਨ ਦੇਵ ਜੀ ਨੇ ਵੀ ਇਸ ਨਗਰੀ ਨੂੰ ਨਿਵਾਜਿਆ। ਭਾਈ ਗੁਰਦਾਸ ਜੀ ਵੀ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਨਾਲ ਉਪਰੋਕਤ ਇਤਿਹਾਸ ਦੀ ਗਵਾਹੀ ਭਰਦੇ ਹੋਏ ਅੰਮ੍ਰਿਤਸਰ ਨਾਂ ਦੇ ਸ਼ਹਿਰ ਦੇ ਹੋਂਦ ਵਿੱਚ ਆਉਣ ਦੀ ਤਸਦੀਕ ਕਰਦੇ ਹਨ। ਗੁਰੂ ਰਾਮਦਾਸ ਜੀ ਨੇ ਇਸ ਨਵੇਂ ਕਸਬੇ ਗੁਰੂ ਕੇ ਚੱਕ ਵਿੱਚ ਵਸਣ ਤੇ ਆਉਣ ਜਾਣ ਵਾਲੇ ਸ਼ਰਧਾਲੂਆਂ ਤੇ ਯਾਤਰੂਆਂ ਦੀਆਂ ਨਿਤਾ ਪ੍ਰਤੀ ਜੀਵਨ ਦੀਆਂ ਲੋੜਾਂ ਦੀ ਖਰੀਦਦਾਰੀ ਲਈ ਸਰੋਵਰ ਦੇ ਨੇੜੇ ਹੀ ਗੁਰੂ ਬਾਜ਼ਾਰ ਨਾਮਕ ਵਪਾਰਕ ਮੰਡੀ ਸਥਾਪਿਤ ਕੀਤੀ। ਇਹ ਅੰਮ੍ਰਿਤਸਰ ਦੀ ਵਿਉਂਤਬੰਦੀ ਵੱਲ ਚੁੱਕਿਆ ਗਿਆ ਸੁਚੇਤ ਅਤੇ ਇਤਿਹਾਸਕ ਕਦਮ ਸਾਬਤ ਹੋਇਆ। ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਤਿਆਰ ਕਰਵਾਈ, ਜਿਸ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਨਾਲ ਹੀ ਭਗਤਾਂ, ਪੱਟਾਂ, ਸਿੱਖਾਂ ਤੇ ਮੁਸਲਮਾਨ ਬਾਬਾ ਫਰੀਦ ਜੀ ਨੂੰ ਵੀ ਇੰਜ ਬਿਠਾਇਆ ਜਿਵੇਂ ਗੁਰੂ ਕੇ ਲੰਗਰ ਦੀ ਪੰਗਤ ਵਿੱਚ ਬਿਨਾਂ ਵਿਤਕਰੇ ਸਾਰੇ ਬੈਠਦੇ ਹਨ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਆਤਮਕ ਭੋਜਨ ਦੀ ਪੰਗਤ ਲਗਾਈ ਗਈ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਧਾਰਨ ਕਰਨ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਨੀਂਹ ਦੀ ਪਹਿਲੀ ਇੱਟ ਆਪ ਧਰ ਕੇ ਇੱਕ ਥੜਾ ਤਿਆਰ ਕਰਾਇਆ। ਆਪਣੀ ਗੁਰਿਆਈ ਦੀਆਂ ਸਾਰੀਆਂ ਰਸਮਾਂ ਇਸ ਤੜੇ ਚਬੂਤਰੇ ਤੇ ਬੈਠ ਕੇ ਪੂਰੀਆਂ ਕੀਤੀਆਂ। प्रथम आपने लेकर हाथ तरी ईंट बल तेज के साथ गुर प्रताप सूरत। इस दे सामने दो निशान साहब जो कि मीरी ते पीरी ਦੀਆਂ ਸ਼ਕਤੀਆਂ ਦੇ ਅਤੇ ਮਨੁੱਖ ਦੀ ਸੁਤੰਤਰ ਹੋਂਦ ਅਤੇ ਮਨੁੱਖੀ ਅਧਿਕਾਰਾਂ ਦੇ ਪ੍ਰਤੀਕ ਸਾਬਤ ਹੋਏ ਲਹਿਰਾਏ ਗਏ। ਇਸ ਤਰ੍ਹਾਂ ਸੰਸਾਰ ਨੂੰ ਮੀਰੀ ਤੇ ਪੀਰੀ ਵਿੱਚ ਸੰਤੁਲਨ ਰੱਖ ਕੇ ਚੱਲਣ ਦਾ ਫਲਸਫਾ ਦਿੱਤਾ ਗਿਆ। ਇਹ ਇੱਕ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸ਼ਾਂਤਮਈ ਸ਼ਰਧਾਂਜਲੀ ਵੀ ਸੀ। ਇਸ ਤਰ੍ਹਾਂ ਸਿੱਖ ਸਮਾਜ ਦੀ ਸੁਤੰਤਰ ਹੋਂਦ ਆਤਮ ਨਿਰਣੇ ਦੇ ਸਿਧਾਂਤ ਨੂੰ ਅਮਲੀ ਰੂਪ ਦੇਣ ਦੀ ਸ਼ੁਰੂਆਤ ਵੀ ਕੀਤੀ ਗਈ। ਡਿੱਠੇ ਸਭੇ ਥਾਮ ਨਹੀਂ ਤੁਧ ਜੈ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਪੰਜਾਬ ਦੀ ਧਰਤੀ ਤੇ ਰਬਤਾ ਇਕਸੁਰਤਾ ਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ। ਚਾਰੋਂ ਦਿਸ਼ਾਵਾਂ ਤੇ ਚਾਰੇ ਵਰਨਾਂ ਲਈ ਸਰਬ ਸਾਂਝੀ ਗੁਰਬਾਣੀ ਦਾ ਸ਼ਬਦ ਗਾਇਨ ਇੱਥੇ ਇਕੱਠੇ ਸੰਗਤ ਵਿੱਚ ਬੈਠ ਕੇ ਸਰਵਣ ਕਰਨਾ ਤੇ ਇੱਕੋ ਪੰਗਤ ਵਿੱਚ ਵਿਤਕਰੇ ਤੋਂ ਬਿਨਾਂ ਬੈਠ ਕੇ ਲੰਗਰ ਛਕਣਾ ਗੁਰੂ ਨਾਨਕ ਦੇਵ ਜੀ ਦੀ ਇਸ ਸੋਚ ਤੇ ਸਾਰੇ ਗੁਰੂ ਸਾਹਿਬਾਨ ਪਹਿਰਾ ਦਿੰਦੇ ਆ ਰਹੇ ਸਨ। ਲੰਗਰ ਏਕ ਖੁਦਾਏ ਦਾ ਦੂਸਰ ਲੰਗਰ ਨਹੀਂ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਵੀ ਇਸੇ ਕੜੀ ਦਾ ਹੀ ਹਿੱਸਾ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਆਪ ਕਰਵਾਈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਪੱਕਿਆ ਕਰਵਾਇਆ। ਗੁਰੂ ਰਾਮਦਾਸ ਜੀ ਦੀ ਸੋਚ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਆਰੰਭ ਕਰਾ ਕੇ ਸੰਪੂਰਨ ਕਰਵਾਈ। ਅੰਮ੍ਰਿਤ ਸਰੋਵਰ ਦੇ ਚਾਰੇ ਪਾਸੇ ਹਰਿਮੰਦਰ ਸਾਹਿਬ ਤੱਕ ਪਹੁੰਚ ਲਈ ਪਰਿਕਰਮਾ ਬਣਾਈ ਗਈ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਮੁਕੰਮਲ ਹੋ ਗਈ। ਸਿੱਖ ਦੂਰ ਦਰਾਡਿਓਂ ਇਸ ਦੇ ਦਰਸ਼ਨ ਇਸ਼ਨਾਨ ਲਈ ਆਉਣ ਲੱਗੇ। ਪਰ 5 ਫਰਵਰੀ 1762 ਈਸਵੀ ਨੂੰ ਕੁੱਪ ਰਹੀੜੇ ਦੇ ਵੱਡੇ ਘਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਜਦ ਲਾਹੌਰ ਵੱਲ ਆਇਆ ਤਾਂ ਸਿੱਖਾਂ ਦਾ ਬੀਜ ਨਾਸ ਕਰਨ ਲਈ ਅੰਮ੍ਰਿਤਸਰ ਆ ਕੇ ਰੱਜ ਕੇ ਮਾਰ ਕਾਟ ਕੀਤੀ। ਉਸ ਨੂੰ ਲੱਗਦਾ ਸੀ ਕਿ ਸਿੱਖ ਹਰਿਮੰਦਰ ਸਾਹਿਬ ਤੋਂ ਦਰਸ਼ਨ ਇਸ਼ਨਾਨ ਕਰਕੇ ਬਲ ਤੇ ਬੁੱਧੀ ਪ੍ਰਾਪਤ ਕਰਦੇ ਹਨ, ਇਸ ਲਈ ਉਸਨੇ ਅੰਮ੍ਰਿਤ ਸਰੋਵਰ ਨੂੰ ਮਿੱਟੀ ਨਾਲ ਭਰਵਾ ਦਿੱਤਾ। ਉਸਨੇ ਤਾਂ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਜਲਦ ਹੀ ਸਿੰਘਾਂ ਨੇ ਅੰਮ੍ਰਿਤਸਰ ਮੁੜ ਫਤਿਹ ਕਰਕੇ ਇੱਥੇ ਕਬਜ਼ਾ ਕਰ ਲਿਆ। ਸਿੱਖ ਪੰਥ ਦਰਦੀਆਂ ਤੇ ਸਿੰਘਾਂ ਨੇ ਇਸ ਨੂੰ ਫਿਰ ਆਪਣੇ ਮੁੱਢਲੇ ਸਰੂਪ ਵਿੱਚ ਲੈ ਆਉਣ ਦਾ ਗੁਰਮਤਾ ਕਰਕੇ ਇੱਥੇ ਕਾਰ ਸੇਵਾ ਕਰਨੀ ਆਰੰਭ ਕਰ ਦਿੱਤੀ। ਇਸ ਤਰ੍ਹਾਂ ਇਸ ਨੂੰ ਫਿਰ ਮੁੱਢਲੇ ਸਰੂਪ ਵਿੱਚ ਲੈ ਆਂਦਾ ਗਿਆ। ਇਸੇ ਸਮੇਂ ਉਹਨਾਂ ਨੇ ਨਾਲ ਹੀ ਬੂੰਗਿਆਂ ਦੀਆਂ ਕੁਝ ਕੱਚੀਆਂ ਤੇ ਕੁਝ ਪੱਕੀਆਂ ਨਵੀਆਂ ਇਮਾਰਤਾਂ ਦੀ ਉਸਾਰੀ ਵੀ ਆਰੰਭ ਕਰਵਾਈ, ਜੋ 1925 ਈਸਵੀ ਦੇ ਗੁਰਦੁਆਰਾ ਐਕਟ ਬਣਨ ਤੋਂ ਪਹਿਲਾਂ ਹੀ ਇਸ ਵਿੱਚੋਂ ਕਾਫੀ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਲਕੀਅਤ ਵਿੱਚ ਦਰਜ ਸਨ।
ਸਮਾਂ ਆਪਣੇ ਚਾਲੀ ਚੱਲਦਾ ਗਿਆ। ਅੰਮ੍ਰਿਤਸਰ ਵਿਖੇ ਸ਼ਰਧਾਲੂਆਂ ਦੀ ਆਬਾਦੀ ਵਧਦੀ ਹੋਈ ਲੱਖਾਂ ਤੱਕ ਪਹੁੰਚ ਗਈ। ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਲਈ ਲਾਈਨਾਂ ਲੱਗੀਆਂ ਰਹਿੰਦੀਆਂ। ਦੂਰੋਂ ਦੂਰੋਂ ਆਏ ਸ਼ਰਧਾਲੂ ਦੂਰ ਨੇੜੇ ਬਣੀਆਂ ਸਰਾਵਾਂ ਵਿੱਚ ਨਿਵਾਸ ਕਰਦੇ ਸਨ। ਸ਼ਰਧਾਲੂਆਂ ਦੀ ਗਿਣਤੀ ਵੱਧ ਹੋਣ ਕਰਕੇ ਹੁਣ ਪਰਿਕਰਮਾ ਵਿੱਚ ਬੈਠਣ, ਤੁਰਨ ਫਿਰਨ ਅਤੇ ਦਰਸ਼ਨ ਇਸ਼ਨਾਨ ਲਈ ਥਾਂ ਬਹੁਤ ਘੱਟ ਮਹਿਸੂਸ ਹੁੰਦੀ ਸੀ। ਜਥੇਦਾਰ ਨਾਗੋਕੇ ਜੀ 1931 ਨੂੰ ਮੀਤ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਤਿਕਾਰਤ ਪਦਵੀ ਤੇ ਬਿਰਾਜਮਾਨ ਹੋਏ। ਤਾਂ ਦੱਸਦੇ ਸਨ ਕਿ ਉਹਨਾਂ ਨੇ ਪੰਥ ਪ੍ਰੇਮੀਆਂ ਨਾਲ ਉਸ ਵਕਤ ਤੋਂ ਹੀ ਰਾਏ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਕਿ ਵਿਸਾਖੀ, ਦੀਵਾਲੀ ਅਤੇ ਗੁਰਪੁਰਬਾਂ ਆਦਿ ਸਮੇਂ ਦੇ ਮੌਕਿਆਂ ਤੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਨ ਦੀ ਚੜ੍ਹਾਈ ਲੱਖਾਂ ਸ਼ਰਧਾਲੂਆਂ ਦੀ ਆਮਦ ਸਮੇਂ ਬੇਹੱਦ ਘੱਟ ਮਹਿਸੂਸ ਹੁੰਦੀ ਹੈ। ਉਹ ਸੋਚਦੇ ਸਨ, ਕਾਸ਼ ਇਸ ਨੂੰ ਕਿਸੇ ਚੰਗੇ ਤਰੀਕੇ ਨਾਲ ਚੌੜਾ ਕਰਕੇ ਚੁਫੇਰੇ ਸ਼ਰਧਾਲੂਆਂ ਦੇ ਠਹਿਰਨ ਲਈ ਆਧੁਨਿਕ ਉਸਾਰੀ ਕਰਵਾਈ ਜਾ ਸਕੇ, ਜਿਸ ਨਾਲ ਇਸ ਤੱਕ ਪਹੁੰਚ, ਦਰਸ਼ਨ ਇਸ਼ਨਾਨ, ਧੁੱਪ ਤੇ ਮੀਂਹ ਤੋਂ ਬਚਾਅ ਅਤੇ ਸਾਫ਼ ਸਫਾਈ ਆਸਾਨੀ ਨਾਲ ਹੋ ਸਕੇ। ਸਿਰਫ ਇਸ ਤਰ੍ਹਾਂ ਇਸ ਦੀ ਦਿੱਖ ਨੂੰ ਆਉਣ ਵਾਲੇ ਸਮੇਂ ਦਾ ਹਾਣੀ ਬਣਾਇਆ ਜਾ ਸਕਦਾ ਹੈ। ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬੜਿਆਈ। ਜਥੇਦਾਰ ਮੋਹਨ ਸਿੰਘ ਜੀ ਨਾਗੋਕੇ 1944 ਈਸਵੀ ਵਿੱਚ 1944 ਵਿੱਚ ਸਰਬਸੰਮਤੀ ਨਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏ ਗਏ। ਤਾਂ ਉਹਨਾਂ ਨੇ ਸੋਚਿਆ, ਹੁਣ ਨਹੀਂ ਤਾਂ ਕਦੇ ਨਹੀਂ। ਉਹ ਦ੍ਰਿੜ ਸੰਕਲਪ ਹੋ ਕੇ ਤੁਰ ਪਏ। ਫਸਟ ਸਟੈਪ ਇਜ਼ ਦਾ ਹਾਰਡੈਸਟ। ਇਹ ਕੋਈ ਸੌਖਾ ਸੁਖਾਲਾ ਪ੍ਰੋਸੈਸ ਨਹੀਂ ਸੀ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਆਲੇ ਦੁਆਲੇ ਕੁਝ ਅਧਿਕਾਰਤ ਤੇ ਬਹੁਤ ਅਣਅਧਿਕਾਰਤ ਉਸਾਰੀਆਂ ਵੀ ਸਨ। ਕੁਝ ਦੀ ਮਲਕੀਅਤ ਉਹਨਾਂ ਅਨਸਰਾਂ ਕੋਲ ਸੀ ਜੋ ਸਿੱਖ ਧਰਮ ਦੇ ਮੁੱਢਲੇ ਫਲਸਫੇ ਅਤੇ ਗੁਰਧਾਮ ਦੀ ਮਰਿਆਦਾ ਦੇ ਉਲਟ ਅਨਸਰਾਂ ਦੇ ਅਸਰ ਹੇਠ ਸਨ। ਕੁਝ ਬੂੰਗੇ ਤੇ ਇਮਾਰਤਾਂ ਤਾਂ ਐਸਜੀਪੀਸੀ ਦੀ ਮਲਕੀਅਤ ਹੀ ਸਨ। ਕੁਝ ਖਰੀਦ ਕੇ ਉਸ ਦੇ ਇਵਜ਼ ਵਿੱਚ ਸ਼ਹਿਰ ਵਿੱਚ ਐਸਜੀਪੀਸੀ ਨੇ ਆਪਣੇ ਬਣੇ ਬਣਾਏ ਮਕਾਨ ਜੋ ਉਹਨਾਂ ਦੇ ਮਾਲਕਾਂ ਨੇ ਪਸੰਦ ਕੀਤੇ ਅਲਾਟ ਕਰ ਦਿੱਤੇ ਗਏ। ਪਰੰਤੂ ਕੁਝ ਬੂੰਗੇ ਇੱਕ ਦੂਜੇ ਵਿੱਚ ਸ਼ਾਮਲ ਹੋ ਕੇ ਆਪਣੇ ਨਾਮ ਅਤੇ ਮਲਕੀਅਤ ਬਦਲ ਚੁੱਕੇ ਸਨ। ਇਹ ਇੱਕ ਪੇਚੀਦਾ ਤੇ ਗੁੰਝਲਦਾਰ ਮਸਲਾ ਸੀ। ਪਿਤਾ ਜੀ ਦੱਸਦੇ ਹੁੰਦੇ ਸਨ ਕਿ ਉਹ ਸਵੇਰ ਤੋਂ ਹੀ ਅਕਸਰ ਨੰਗੇ ਪੈਰ ਹੱਥ ਜੋੜ ਕੇ ਹਰ ਮਕਾਨ, ਇਮਾਰਤ ਦੇ ਬਾਹਰ ਜਾ ਖਲੋਂਦੇ ਸਨ। ਉਹ ਦੂਰ ਖਲੋ ਕੇ, ਆਵਾਜ਼ ਦੇ ਕੇ, ਹੱਥ ਬੰਨ੍ਹ ਕੇ ਬੇਨਤੀ ਕਰਦੇ ਸਨ। ਉਹਨਾਂ ਦੀ ਗੱਲਬਾਤ ਦਾ ਸਲੀਕਾ ਤੇ ਦਲੀਲਾਂ ਦੋਹੀਂ ਅਗਲੇ ਨੂੰ ਕਾਇਲ ਕਰ ਲੈਂਦੇ ਸਨ। ਉਹ ਅੰਮ੍ਰਿਤ ਸਰੋਵਰ ਦੀ ਪਰਿਕਰਮਾ ਲਈ ਹਰ ਇੰਚ ਖਰੀਦਣਾ ਚਾਹੁੰਦੇ ਸਨ। ਇਹੀ ਕਾਰਨ ਹੈ ਕਿ ਉਹਨਾਂ ਦੀ ਇਹ ਮੁਹਿੰਮ ਸਰਬ ਪ੍ਰਵਾਨਿਤ ਹੋ ਕੇ ਸਿਰੇ ਚੜ੍ਹ ਗਈ। ਉਹਨਾਂ ਦੇ ਇਸ ਕਾਰਨ ਨੂੰ ਸਫਲਤਾਪੂਰਵਕ ਸਿਰੇ ਚੜਾਉਣ ਦੀ ਪ੍ਰਸ਼ੰਸਾ ਹਰ ਇੱਕ ਪੰਥ ਪ੍ਰੇਮੀ ਤੇ ਇਤਿਹਾਸਕਾਰ ਮਾਣ ਨਾਲ ਕਰਦੇ ਹਨ। ਸ੍ਰੀ ਹਰਿਮੰਦਰ ਸਾਹਿਬ ਜੀ ਦਾ ਸੁਨਹਿਰੀ ਇਤਿਹਾਸ ਪੁਸਤਕ ਵਿੱਚ ਗਿਆਨੀ ਕਿਰਪਾਲ ਸਿੰਘ ਜੀ ਪੰਨਾ 332 ਵਿੱਚ ਲਿਖਦੇ ਹਨ, 1945 ਈਸਵੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਅਨੁਭਵ ਕੀਤਾ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਅੰਮ੍ਰਿਤ ਸਰੋਵਰ ਦੇ ਆਲੇ ਦੁਆਲੇ ਦੀਆਂ ਜੋ ਇਮਾਰਤਾਂ ਤੇ ਜੋ ਬੂੰਗੇ ਜਰਜਰ ਤੇ ਖਸਤਾ ਹਾਲ ਹੋ ਕੇ ਢਹਿ ਰਹੇ ਹਨ, ਇਹਨਾਂ ਨੂੰ ਵਿੱਚ ਲੈ ਕੇ ਅੰਮ੍ਰਿਤ ਸਰੋਵਰ ਦੀਆਂ ਪਰਿਕਰਮਾ ਚੌੜੀਆਂ ਕਰਕੇ ਨਵੀਂ ਦਿੱਖ ਦੇ ਬੂੰਗੇ ਵੀ ਉਸਾਰੇ ਜਾ ਸਕਦੇ ਹਨ। ਇਸ ਸਕੀਮ ਨੂੰ ਬਣਾਉਣ ਤੋਂ ਲੈ ਕੇ ਪਾਸ ਕਰਾਉਣ ਦੀ ਪ੍ਰਕਿਰਿਆ ਵਿੱਚ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ, ਜੋ ਉਸ ਸਮੇਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਦੋਵੇਂ ਸਤਿਕਾਰਤ ਪਦਵੀਆਂ ਤੇ ਨਾਲ-ਨਾਲ ਸੁਸ਼ੋਭਿਤ ਸਨ, ਉਹਨਾਂ ਦਾ ਵਿਸ਼ੇਸ਼ ਇਤਿਹਾਸਿਕ ਯੋਗਦਾਨ ਹੈ। ਮੈਂ ਤੇ ਇਹ ਵੀ ਪੜ੍ਹਿਆ, ਸੁਣਿਆ ਤੇ ਵਿਚਾਰਿਆ ਹੈ ਕਿ ਬ੍ਰਿਟਿਸ਼ ਹਕੂਮਤ ਨੇ ਵੀ ਘੰਟਾ ਘਰ ਦੇ ਆਸ-ਪਾਸ ਦੀਆਂ ਕਾਫੀ ਇਮਾਰਤਾਂ ਆਪਣੇ ਕੋਲ ਕਈ ਖਾਸ ਮਕਸਦਾਂ ਲਈ ਕਬਜ਼ੇ ਹੇਠ ਰੱਖੀਆਂ ਹੋਈਆਂ ਸਨ। ਸ੍ਰੀ ਹਰਿਮੰਦਰ ਸਾਹਿਬ ਜੀ ਗੋਲਡਨ ਟੈਂਪਲ ਸ੍ਰੀ ਅੰਮ੍ਰਿਤਸਰ ਦੀ ਵਿਉਂਤਬੰਦੀ ਤੇ ਸੁੰਦਰਤਾ ਬਾਕਮਾਲ ਤੇ ਬੇਮਿਸਾਲ ਹੈ। ਅਜੀਤ ਅਖਬਾਰ ਨਿਊਜ਼ਪੇਪਰ ਦੇ ਬਾਨੀ ਡਾਕਟਰ ਸਾਧੂ ਸਿੰਘ ਹਮਦਰਦ ਦੀ ਪੁਸਤਕ ਯਾਦ ਬਣੀ ਇਤਿਹਾਸ ਅਨੁਸਾਰ ਕੇਵਲ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਹੀ ਸਨ ਜੋ ਸਿੱਖੀ ਲਈ ਆਹ ਦਾ ਨਾਅਰਾ ਮਾਰਦੇ ਹਨ ਤੇ ਸਿੱਖਾਂ ਦੀ ਚੜ੍ਹਦੀ ਕਲਾ ਤੇ ਸਿੱਖੀ ਅਵਲ ਦੀ ਗੱਲ ਕਰਦੇ ਹਨ। ਉਹ ਸਮਝਦੇ ਸਨ ਕਿ ਸ੍ਰੀ ਹਰਿਮੰਦਰ ਸਾਹਿਬ ਜੋ ਦੁਨੀਆ ਦੇ 7 ਅਜੂਬਿਆਂ ਵਿੱਚੋਂ ਇੱਕ ਹੋਣ ਤੋਂ ਵੱਧ ਦੀ ਅਹਿਮੀਅਤ ਰੱਖਦਾ ਹੈ। ਇਸ ਦਾ ਆਲਾ ਦੁਆਲਾ ਤੇ ਪਹੁੰਚ ਸ਼ਾਨਦਾਰ ਹੋਣੇ ਚਾਹੀਦੇ ਹਨ। ਉਹਨਾਂ ਨੇ ਪਰਿਕਰਮਾ ਚੌੜੀਆਂ ਕਰਨ ਦਾ ਬੀੜਾ ਚੁੱਕਿਆ। ਉਹਨਾਂ ਦਾ ਵਿਰੋਧ ਵੀ ਹੋਇਆ। ਪਰਿਕਰਮਾ ਦੇ ਗਿਰਦ ਵਸਣ ਵਾਲੇ ਲੋਕਾਂ ਨੇ ਜਥੇਦਾਰ ਜੀ ਨੂੰ ਇਸ ਪਾਸੇ ਤੋਂ ਹਟਾਉਣ ਦਾ ਯਤਨ ਵੀ ਕੀਤਾ। ਉਹਨਾਂ ਦਾ ਵਿਰੋਧ ਤਾਂ ਉਹਨਾਂ ਦੇ ਗੁਸਾਥੀਆਂ ਨੇ ਵੀ ਕੀਤਾ,
पर जथेदार जी अटोल ते दृढ़ संकल्प रहे। ਉਹ ਤਾਂ 1931 1931 ਤੋਂ ਹੀ ਵੇਖ ਰਹੇ ਸਨ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ਼ਰਧਾਲੂਆਂ ਦੇ ਦਰਸ਼ਨ ਇਸ਼ਨਾਨ ਅਤੇ ਗੁਰਪੁਰਬ ਨੂੰ ਮਨਾਉਣ ਸਮੇਂ ਪਰਿਕਰਮਾ ਦੀ ਚੜਾਈ ਕੇਵਲ ਨਾ ਦੇ ਬਰਾਬਰ ਹੀ ਵੱਜਦੀ ਸੀ। ਉਹ ਆਪ ਦੱਸਦੇ ਹੁੰਦੇ ਸਨ ਕਿ ਇਹਨਾਂ ਮੌਕਿਆਂ ਤੇ ਜਦੋਂ ਮੈਂ ਅੱਖਾਂ ਬੰਦ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀ ਬਾਰੇ ਸੋਚਦਾ ਤਾਂ ਪਰਿਕਰਮਾ ਆਪਣੇ ਆਪ ਮੁਹਾਰੀਆਂ ਚੌੜੀਆਂ ਹੋ ਜਾਂਦੀਆਂ ਸਨ। ਮੈਂ ਹਰ ਰੋਜ਼ ਅਰਦਾਸ ਕਰਦਾ ਕਿ ਪਰਮਾਤਮਾ ਮੈਨੂੰ ਇਸ ਕੰਮ ਨੂੰ ਸ਼ੁਰੂ ਕਰਕੇ ਨਿਰਭੈ ਚੜਾਉਣ ਦਾ ਬਲ ਅਤੇ ਬੁੱਧੀ ਤੇ ਵਸੀਲੇ ਦੀ ਬਖਸ਼ਿਸ਼ ਕਰੋ। ਸ੍ਰੀ ਗੁਰੂ ਰਾਮਦਾਸ ਜੀ ਨੇ ਤਾਂ ਤੁਰਦਰਗਾਹ ਹੋਈ ਅੰਮ੍ਰਿਤ ਸਰੋਵਰ ਦੀ ਪਰਿਕਰਮਾ ਦੀ ਸੇਵਾ ਉਹਨਾਂ ਦੇ ਹੱਥੀਂ ਤੇ ਰਾਹੀਂ ਲਿਖੀ ਹੋਈ ਸੀ। ਇਸ ਦੀ ਤਾਮੀਰ ਲਈ ਜਥੇਦਾਰ ਜੀ ਨੇ ਭਾਰਤ ਭਰ ਦੇ ਇਮਾਰਤ ਸਾਜੀ ਦੇ ਮਾਹਰ ਸਿੱਖ ਅਤੇ ਸਿੱਖਿਅਤ ਮਾਹਰ ਇੰਜੀਨੀਅਰਾਂ ਦੀ ਰਾਏ ਲਈ ਗਈ। ਪਲਾਨ ਉਲੀਕੇ ਗਏ, ਸਕੀਮ ਬਣ ਕੇ ਤਿਆਰ ਹੋਈ, ਪਾਸ ਕਰਵਾਈ ਗਈ। ਕੰਮ ਆਰੰਭ ਹੋਣ ਵੱਲ ਵੱਧ ਗਿਆ। ਸਕੀਮ ਬਹੁਤ ਸ਼ਾਨਦਾਰ ਅਤੇ ਸਦੀਆਂ ਤੱਕ ਆਪਣੀ ਵਿਸ਼ਾਲਤਾ ਤੇ ਸੁੰਦਰਤਾ ਦੇ ਪੱਖੋਂ ਬੇਮਿਸਾਲ ਹੋਣ ਵਾਲੀ ਤੇ ਸਦਾ ਰਹਿਣ ਵਾਲੀ ਸੀ। ਪਾਰਸ ਪਰਸੀਏ ਪਾਰਸ ਹੋਈ। ਹੁਣ ਮੈਂ ਉਸ ਸਮੇਂ ਦੇ ਓਰੀਜਨਲ ਪਲਾਨ ਦੀ ਅਸਲ ਕਾਪੀ ਤੋਂ ਪਰਿਕਰਮਾ ਦੀ ਪੁਰਾਤਨ ਪੋਜੀਸ਼ਨ ਤੇ ਨਵੀਂ ਪੋਜੀਸ਼ਨ ਦੇ ਵੇਰਵੇ ਸਾਂਝੇ ਕਰ ਰਹੀ ਹਾਂ। ਇਹ ਜਥੇਦਾਰ ਨਾਗੋਕੇ ਜੀ ਜਦੋਂ 1944 ਈਸਵੀ ਵਿੱਚ ਸੇਵਾ ਕਰਵਾ ਰਹੇ ਸਨ ਤਾਂ ਉਹਨਾਂ ਦੇ ਪਾਸ ਹੀ ਸੀ। ਨਾਲ ਹੀ IGPC ਵੱਲੋਂ ਲਿਖੇ ਗਏ ਪੱਤਰ ਸ੍ਰੀ ਦਰਬਾਰ ਸਾਹਿਬ ਕਮੇਟੀ ਅੰਮ੍ਰਿਤਸਰ ਵੱਲੋਂ ਟੂ ਦ ਪ੍ਰੋਵਿੰਸ਼ੀਅਲ ਗਵਰਨਮੈਂਟ ਪੰਜਾਬ ਲਾਹੌਰ ਥਰੂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ 1944 ਈਸਵੀ ਵਿੱਚ ਭੇਜੀ ਗਈ ਅਫੀਸ਼ੀਅਲ ਲੈਟਰ ਨਾਲ ਵੀ ਆਪ ਜੀ ਨੂੰ ਰੂਬਰੂ ਕਰਵਾ ਰਹੀ ਹਾਂ। पारस परसिए पारस हुए। श्री राग महला तीसरा। श्री दरबार साहब श्री ਅੰਮ੍ਰਿਤਸਰ ਦੀ ਪਰਿਕਰਮਾ ਦੀ ਪੁਰਾਤਨ ਪੋਜੀਸ਼ਨ। ਨੰਬਰ 1, ਪਰਿਕਰਮਾ ਕਿਸੇ ਥਾਂ 15.5 ਫੁੱਟ ਤੇ ਕਿਸੇ ਥਾਂ 22 ਤੋਂ 24 ਫੁੱਟ ਚੌੜੀ ਹੈ। ਨੰਬਰ 2, ਧੁੱਪ ਬਾਰਿਸ਼ ਤੇ ਸਰਦੀ ਵਿੱਚ ਔਖ ਮਹਿਸੂਸ ਹੁੰਦੀ ਹੈ। ਨੰਬਰ 3, ਪਰਿਕਰਮਾ ਦੇ ਇਰਦ ਗਿਰਦ ਬੇਤਰਤੀਬੇ ਵੱਖੋ ਵੱਖ ਡਿਜ਼ਾਈਨਾਂ ਤੇ ਸਾਈਜ਼ਾਂ ਦੇ ਜੋ ਬੂੰਗੇ ਹਨ, ਇਹਨਾਂ ਦਾ ਪ੍ਰਬੰਧ ਅੱਡ-ਅੱਡ ਹੋਣ ਕਰਕੇ ਬਹੁਤ ਥੋੜੇ ਹੀ ਵਰਤੋਂ ਵਿੱਚ ਆਉਂਦੇ ਹਨ। ਨੰਬਰ 4, ਪਰਿਕਰਮਾ ਵਿੱਚ ਆਉਣ ਲਈ ਕਈ ਛੋਟੇ-ਛੋਟੇ ਤੰਗ ਰਸਤੇ ਹਨ ਜਿਹੜੇ ਕਿ ਸਫਾਈ, ਹਿਫਾਜ਼ਤ ਤੇ ਪਵਿੱਤਰਤਾ ਦੇ ਨੁਕਤਾ ਨਿਗਾਹ ਤੋਂ ਠੀਕ ਨਹੀਂ। ਨੰਬਰ 5, ਪਰਿਕਰਮਾ ਦੇ ਇਰਦ ਗਿਰਦ ਦੀਆਂ ਗਲੀਆਂ ਬੜੀਆਂ ਤੰਗ ਹਨ ਜਿਨ੍ਹਾਂ ਦੀ ਸਫਾਈ ਚੰਗੀ ਨਹੀਂ ਰਹਿ ਸਕਦੀ। ਨੰਬਰ 6, ਪਰਿਕਰਮਾ ਦੇ ਲਾਗੇ ਦੀਆਂ ਥਾਵਾਂ ਆਪਣੀਆਂ ਨਾ ਹੋਣ ਕਰਕੇ IGPC ਦੇ ਮੁਲਾਜ਼ਮ ਦੂਰ ਰਹਿੰਦੇ ਹਨ। ਨੰਬਰ 7, ਪਰਿਕਰਮਾ ਦੇ ਛੋਟੀ ਹੋਣ ਕਰਕੇ ਗੁਰਪੁਰਬਾਂ ਤੇ ਮੇਲਿਆਂ ਦੇ ਮੌਕੇ ਨਾ ਕਾਫੀ ਹੈ। ਦਰਸ਼ਨ ਇਸ਼ਨਾਨ ਕਰਨ ਆਈਆਂ ਸੰਗਤਾਂ ਨੂੰ ਮਾਯੂਸ ਹੋਣਾ ਪੈਂਦਾ ਹੈ। ਸ੍ਰੀ ਦਰਬਾਰ ਸਾਹਿਬ श्री ਅੰਮ੍ਰਿਤਸਰ ਦੀ ਪਰਿਕਰਮਾ ਨੂੰ ਖੁੱਲੀ ਕਰਨ ਦੀ ਨਵੀਂ ਤਜਵੀਜ਼। ਨੰਬਰ 1, ਨਵੇਂ ਨਕਸ਼ੇ ਵਿੱਚ ਪਰਿਕਰਮਾ 50 ਫੁੱਟ ਚੌੜੀ ਰੱਖੀ ਗਈ ਹੈ। ਨੰਬਰ 2, ਧੁੱਪ, ਬਾਰਿਸ਼ ਤੇ ਸਰਦੀ ਤੋਂ ਬਚਣ ਲਈ 50 ਫੁੱਟ ਚੌੜੀ ਪਰਿਕਰਮਾ ਵਿੱਚੋਂ 10 ਫੁੱਟ ਚੌੜੀ ਪਰਿਕਰਮਾ ਬਰਾਂਡੇ ਦੀ ਸ਼ਕਲ ਵਿੱਚ ਹੋਵੇਗੀ। ਬਰਾਂਡੇ ਦਾ ਫਰਸ਼ ਪਰਿਕਰਮਾ ਨਾਲੋਂ ਕੇਵਲ 6 ਇੰਚ ਉੱਚਾ ਹੋਵੇਗਾ। ਨੰਬਰ 3, 50 ਫੁੱਟ ਪਰਿਕਰਮਾ ਤੋਂ ਬਾਅਦ 30 ਫੁੱਟ ਉੱਚੇ 30 ਫੁੱਟ ਲੰਮੇ ਬੂੰਗੇ ਇੱਕੋ ਸ਼ਕਲ ਤੇ ਡਿਜ਼ਾਈਨ ਦੇ ਹੋਣਗੇ। ਇਹ ਸਾਰੇ ਸ੍ਰੀ ਦਰਬਾਰ ਸਾਹਿਬ ਕਮੇਟੀ ਦੇ ਪ੍ਰਬੰਧ ਵਿੱਚ ਹੋਣਗੇ ਅਤੇ ਯਾਤਰੂਆਂ ਦੀ ਰਿਹਾਇਸ਼ ਲਈ ਵਰਤੇ ਜਾਣਗੇ। ਇਹਨਾਂ ਦੀ ਇਮਾਰਤ ਦਾ ਸਟਾਈਲ ਸ੍ਰੀ ਦਰਬਾਰ ਸਾਹਿਬ ਜੀ ਦੇ ਸਟਾਈਲ ਨਾਲ ਮਿਲਦਾ ਜੁਲਦਾ ਹੀ ਹੋਵੇਗਾ। ਇਹ ਬੂੰਗੇ ਸਹੀ ਢੰਗ ਨਾਲ ਉਸਾਰੇ ਤੇ ਵਰਤੇ ਜਾਣ ਕਰਕੇ ਸਹੀ ਅਰਥਾਂ ਵਿੱਚ ਅਰਦਾਸ ਵਿੱਚ ਆਉਂਦੇ ਚੌਂਕੀਆਂ, ਝੰਡੇ, ਬੂੰਗੇ, ਜੁਗੋ ਜੁਗਟਲ ਸਾਬਤ ਹੋਣਗੇ। ਇਹਨਾਂ ਬੂੰਗਿਆਂ ਦੇ ਨਾਮ ਪੁਰਾਣੇ ਅਸਲੀ ਨਾਵਾਂ ਤੇ ਹੀ ਰੱਖੇ ਜਾਣਗੇ। ਨੰਬਰ 4, 40-40 ਫੁੱਟ ਚੌੜੇ ਰਸਤੇ ਤਜਵੀਜ਼ ਕੀਤੇ ਗਏ ਹਨ। 2 ਸ੍ਰੀ ਅਕਾਲ ਤਖਤ ਸਾਹਿਬ ਦੇ ਦੋਹੀਂ ਪਾਸੇ ਅਤੇ 3 ਬਾਕੀ ਦੀਆਂ 3 ਬਾਹੀਆਂ ਦੇ ਵਿਚਕਾਰ। ਇਹਨਾਂ 5 ਰਸਤਿਆਂ ਤੇ 5 ਸ਼ਾਨਦਾਰ ਡਿਉੜੀਆਂ ਉਸਾਰੀਆਂ ਜਾਣਗੀਆਂ। ਨੰਬਰ 5, ਬੂੰਗਿਆਂ ਦੇ ਇਰਦ ਗਿਰਦ
20 फुट चौड़ी सड़क होवेगी। हर बुंगे तक आवाजाई लई टांगा आ जा सकेगा। बुंगिਆਂ ਨੂੰ ਜਾਣ ਲਈ ਰਸਤਾ ਪ੍ਰਕਰਮਾਂ ਦੀ ਬਜਾਏ ਇਸੇ ਸੜਕ ਤੋਂ ਹੀ ਹੋਵੇਗਾ। ਨੰਬਰ 6 ਸੜਕ ਤੋਂ ਦੂਜੀ ਤਰਫ 20 ਫੁੱਟ ਲੰਮੇ ਚੁਫੇਰੇ ਐਚਪੀਸੀ ਦੇ ਮੁਲਾਜ਼ਮਾਂ ਦੇ ਕੁਆਟਰ ਹੋਣਗੇ। ਇਹ ਮੁਲਾਜ਼ਮਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਹਿਫਾਜ਼ਤ ਨੂੰ ਮੁੱਖ ਰੱਖ ਕੇ ਉਸਾਰੇ ਜਾਣਗੇ। ਨੰਬਰ 7 ਇਸਤਰੀਆਂ ਦੇ ਇਸ਼ਨਾਨ ਘਰ ਉਹਨਾਂ ਦੀ ਸੁਰੱਖਿਆ ਤੇ ਨਿੱਜਤਾ ਦਾ ਧਿਆਨ ਰੱਖ ਕੇ ਉਸਾਰੇ ਜਾਣਗੇ। ਪੌਣੇ ਕਾਫੀ ਤਾਦਾਦ ਵਿੱਚ ਹੋਣਗੇ। ਨੰਬਰ 8 ਇਸ ਸਕੀਮ ਨੂੰ ਸਿਰੇ ਚੜਾਉਣ ਲਈ ਬੇਅੰਤ ਮਾਇਆ ਦੀ ਜ਼ਰੂਰਤ ਸੀ। 1925 ਈਸਵੀ ਦੇ ਗੁਰਦੁਆਰਾ ਐਕਟ ਅਨੁਸਾਰ ਵੱਡੇ ਵੱਡੇ ਗੁਰਦੁਆਰਾ ਸਾਹਿਬ ਜੀ ਦਾ ਪ੍ਰਬੰਧ ਲੋਕਲ ਗੁਰਦੁਆਰਾ ਕਮੇਟੀਆਂ ਦੇ ਕੋਲ ਸੀ। ਸਮੂਹ ਸਿੱਖ ਪੰਥ ਲੀਡਰਸ਼ਿਪ ਦੇ ਐਸਜੀਪੀਸੀ ਅੰਮ੍ਰਿਤਸਰ ਨੇ 22 ਫਰਵਰੀ 1941 ਈਸਵੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਗੁਰਦੁਆਰਾ ਐਕਟ ਬਾਰੇ 7 ਮੈਂਬਰੀ ਤਰਮੀਮੀ ਸੁਝਾਅ ਕਮੇਟੀ ਬਣਾਈ। ਜਥੇਦਾਰ ਨਾਗੋਕੇ ਸਾਹਿਬ ਇਸ ਦੇ ਮੁੱਢਲੇ ਮੈਂਬਰਾਂ ਵਿੱਚੋਂ ਸਨ। ਉਹਨਾਂ ਨੂੰ ਇਹ ਅਖਤਿਆਰ ਵੀ ਦਿੱਤਾ ਗਿਆ ਕਿ ਐਸਜੀਪੀਸੀ ਤੋਂ ਤਰਮੀਮਾਂ ਦੀ ਪ੍ਰਵਾਨਗੀ ਲੈ ਕੇ ਕਾਨੂੰਨੀ ਸ਼ਕਲ ਦਿਵਾਉਣ ਦਾ ਯਤਨ ਕੀਤਾ ਜਾਵੇ। ਇਸ ਐਕਟ ਦੀ ਤਰਮੀਮ ਦਾ ਮਤਾ 28 ਨਵੰਬਰ 1943 ਈਸਵੀ ਨੂੰ ਐਸਜੀਪੀਸੀ ਦੀ ਜਨਰਲ ਇਕੱਤਰਤਾ ਵਿੱਚ ਪੇਸ਼ ਕੀਤਾ ਗਿਆ, ਜੋ ਜਥੇਦਾਰ ਮੋਹਨ ਸਿੰਘ ਜੀ ਦੀ ਤਾਈਦ ਨਾਲ ਬਹੁਤ ਸੰਮਤੀ ਨਾਲ ਪਾਸ ਹੋ ਗਿਆ। ਇਸ ਤਰ੍ਹਾਂ ਗਿਆਨੀ ਕਰਤਾਰ ਸਿੰਘ ਜੀ ਲਾਇਲਪੁਰੀ ਜੋ ਉਸ ਸਮੇਂ MLA ਵੀ ਸਨ, ਉਹਨਾਂ ਸਿੱਖ ਗੁਰਦੁਆਰਾ ਐਕਟ ਅਮੈਂਡਮੈਂਟ ਬਿੱਲ ਪੰਜਾਬ ਲੈਜਿਸਲੇਟਿਵ ਅਸੈਂਬਲੀ ਵਿੱਚ ਪੇਸ਼ ਕਰ ਦਿੱਤਾ। ਇਸ ਤਰ੍ਹਾਂ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਪ੍ਰਧਾਨ ਐਸਜੀਪੀਸੀ ਨੇ ਗਿਆਨੀ ਕਰਤਾਰ ਸਿੰਘ ਜੀ ਲਾਇਲਪੁਰੀ ਦੀ ਸਹਾਇਤਾ ਨਾਲ 1925 ਦੇ ਗੁਰਦੁਆਰਾ ਐਕਟ ਵਿੱਚ ਤਰਮੀਮ ਅਮੈਂਡਮੈਂਟ ਕਰਵਾ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ, ਸ੍ਰੀ ਨਨਕਾਣਾ ਸਾਹਿਬ ਜੀ, ਸ੍ਰੀ ਪੰਜਾ ਸਾਹਿਬ ਜੀ ਹਸਨ ਅਬਤਾਲ, ਸ੍ਰੀ ਤਰਨਤਾਰਨ ਸਾਹਿਬ, ਸ੍ਰੀ ਮੁਕਤਸਰ ਸਾਹਿਬ ਆਦਿ ਦਫਾ 85 ਦੇ ਗੁਰਦੁਆਰਿਆਂ ਦੀਆਂ ਲੋਕਲ ਕਮੇਟੀਆਂ ਖਤਮ ਕਰਕੇ ਇਹਨਾਂ ਦਾ ਪ੍ਰਬੰਧ ਸਿੱਧਾ ਐਚਪੀਸੀ ਦੇ ਹਵਾਲੇ ਕਰਵਾਉਣ ਵਿੱਚ ਪੂਰਾ ਜ਼ੋਰ ਲਗਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਅਧਿਕਾਰਾਂ ਅਤੇ ਫੰਡਾਂ ਕਰਕੇ ਮਾਇਕ ਤੌਰ ਤੇ ਮਜ਼ਬੂਤ ਹੋਈ। ਇਸ ਤਰ੍ਹਾਂ ਹਰ ਪੱਧਰ ਤੇ ਖਰਚਾ ਕਰਨ ਲਈ ਮਾਇਆ ਦਾ ਇੰਤਜ਼ਾਮ ਹੋਇਆ। ਉਪਰੋਕਤ ਸਾਰੇ ਯਤਨਾਂ ਦਾ ਅਤੇ ਦੋਹਾਂ ਪਦਵੀਆਂ ਤੇ ਬਿਰਾਜਮਾਨ ਰਹਿ ਕੇ ਕੀਤੀਆਂ ਗਈਆਂ ਸੇਵਾਵਾਂ ਦਾ ਵਿਸਤਾਰ ਨਾਲ ਵੇਰਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 50 ਸਾਲਾ ਇਤਿਹਾਸ ਲੇਖਕ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਅਤੇ ਐਸਜੀਪੀਸੀ ਦੇ ਧਰਮ ਪ੍ਰਚਾਰ ਦੇ ਮਾਸਿਕ ਪੱਤਰ ਗੁਰਬਤ ਪ੍ਰਕਾਸ਼ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ ਅਨੇਕ ਪੁਸਤਕਾਂ ਤੇ ਅਖਬਾਰਾਂ ਵਿੱਚੋਂ ਪੜ੍ਹਿਆ ਜਾ ਸਕਦਾ ਹੈ। ਉਹਨਾਂ ਦੀਆਂ ਪੰਥਕ ਸੇਵਾਵਾਂ ਕਰਕੇ ਉਹ ਸਿੱਖ ਕੌਮ ਦੀ ਅਜੋਕੀ ਲੀਡਰਸ਼ਿਪ ਵਿੱਚੋਂ ਉੱਚ ਕੋਟੀ ਦੇ ਪ੍ਰਬੰਧਕ, ਦੂਰਅੰਦੇਸ਼ ਨੀਤੀਕਾੜੇ, ਅਤ ਆਧੁਨਿਕ ਇਮਾਰਤ ਸਾਜ਼ ਅਤੇ ਸੁਘੜ ਸਿਆਣੇ ਅਰਥ ਸ਼ਾਸਤਰੀ ਹੋਣ ਦਾ ਮਾਣ ਰੱਖਦੇ ਹਨ। ਮੇਰੇ ਅਨੁਸਾਰ ਇਹ ਸਮਾਂ ਐਸਜੀਪੀਸੀ ਅੰਮ੍ਰਿਤਸਰ ਦਾ ਸੁਨਹਿਰੀ ਯੁੱਗ ਗੋਲਡਨ ਇਰਾ ਹੋਣ ਦਾ ਮਾਣ ਵੀ ਰੱਖਦਾ ਹੈ। ਸਿੱਖ ਪੰਥ ਵਿਸ਼ਵਕੋਸ਼ ਇਨਸਾਈਕਲੋਪੀਡੀਆ ਆਫ ਸਿੱਖ ਪੰਥ ਭਾਗ ਦੂਜਾ ਵਿੱਚ ਡਾਕਟਰ ਰਤਨ ਸਿੰਘ ਜੱਗੀ ਪੰਨਾ 1455 ਤੇ ਲਿਖਦੇ ਹਨ। 1944 ਤੋਂ 1948 ਈਸਵੀ ਤੱਕ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ, ਜੋ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਹਾਂ ਪਦਵੀਆਂ ਤੇ ਸੁਸ਼ੋਭਿਤ ਸਨ, ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਪਰਿਕਰਮਾ ਨੂੰ ਖੁੱਲ੍ਹਾ ਕਰਨ ਦਾ ਸ਼ੋਭਾਸ਼ਾਲੀ ਕੰਮ ਕੀਤਾ ਹੈ ਵੀ ਸੱਚ। ਹਰ ਸਿੱਖ ਅਰਦਾਸ ਵਿੱਚ ਹਰ ਰੋਜ਼ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਤੇ ਇਸ਼ਨਾਨ ਹਰ ਰੋਜ਼ ਲੋਚਦਾ ਹੈ। ਲੱਖਾਂ ਸ਼ਰਧਾਲੂ ਇਸ ਲਈ ਹਰ ਰੋਜ਼ ਇੱਥੇ ਪਹੁੰਚਦੇ ਹਨ। ਇੱਥੇ ਪਰਿਕਰਮਾ ਕਰਦਿਆਂ ਹੋਇਆਂ ਹਰ ਇੱਕ ਪ੍ਰਾਣੀ ਮਾਤਰ ਨੂੰ ਕੁਝ ਗੱਲਾਂ ਜ਼ਰੂਰ ਯਾਦ ਰੱਖ ਕੇ ਚੱਲਣਾ ਚਾਹੀਦਾ ਹੈ। ਤੁਸੀਂ ਪੁੱਛੋਗੇ ਕਿਉਂ? ਤਾਂ ਇਸ ਦੇ ਉੱਤਰ ਲਈ ਪੰਜਾਬੀ ਦੇ ਪ੍ਰਸਿੱਧ ਲੇਖਕ ਕਵੀ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਲਿਖਿਆ ਵਿਚਾਰਨਾ ਹੋਵੇਗਾ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦੁਆਲੇ ਪਰਿਕਰਮਾ ਕਰਨ ਸਮੇਂ ਪਰਿਕਰਮਾ ਦੀਆਂ ਸਲੈਬਾਂ ਉੱਪਰ ਸੰਭਲ ਕੇ ਕਦਮ ਰੱਖੋ, ਕਿਉਂਕਿ ਹਰ ਇੱਕ ਸਲੈਬ ਦੇ ਹੇਠਾਂ ਸੈਂਕੜੇ ਸ਼ਹੀਦ ਸਿੰਘਾਂ ਦੇ ਸਿਰ ਹਨ। ਸੋ ਸਾਡਾ ਸਭ ਦਾ ਵਿਅਕਤੀਗਤ ਆਚਾਰ ਵਿਹਾਰ ਗੁਰਧਾਮ ਦੀ ਪਵਿੱਤਰਤਾ ਨੂੰ ਸਨਮੁਖ ਰੱਖ ਕੇ ਹੋਣਾ ਚਾਹੀਦਾ ਹੈ, ਕਿਉਂਕਿ ਅੱਜ ਦੇ ਇਸ ਤਕਨੀਕੀ ਯੁੱਗ ਵਿੱਚ ਸੰਸਾਰ ਭਰ ਦੇ ਗੁਰੂ ਨਾਨਕ ਨਾਮ ਲੇਵਾ ਤੇ ਗੁਰੂ ਘਰ ਦੇ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਨਵੀਆਂ ਤਕਨੀਕਾਂ ਨਾਲ ਹਰ ਰੋਜ਼ ਕਰਦੇ ਹਨ। ਇਹ ਸ੍ਰੀ ਹਰਿਮੰਦਰ ਸਾਹਿਬ ਹੀ ਹੈ ਜਿੱਥੇ ਇਸ ਸ੍ਰਿਸ਼ਟੀ ਦੇ ਰਚੇਤਾ ਪਾਲਨਹਾਰ ਪ੍ਰਭੂ ਦੀ ਸਿਫਤ ਸਲਾਹ ਇਲਾਹੀ ਬਾਣੀ ਦੇ ਸ਼ਬਦ ਗਾਇਨ ਦਾ ਪ੍ਰਵਾਹ ਅੱਠੇ ਪੈਰ ਜਾਰੀ ਰਹਿੰਦਾ ਹੈ, ਜਿਸ ਨੂੰ ਨਵੀਆਂ ਤਕਨੀਕਾਂ ਨਾਲ ਪੂਰੀ ਦੁਨੀਆ ਵਿੱਚ ਨਿਰਵਗਨ ਵੇਖਿਆ, ਸੁਣਿਆ ਤੇ ਮਾਣਿਆ ਜਾਂਦਾ ਹੈ।
ਗੁਰੂ ਨਾਨਕ ਦੇਵ ਜੀ ਵੱਲੋਂ ਧਨਾਸਰੀ ਰਾਗ ਵਿੱਚ ਉਚਾਰੀ ਬਾਣੀ, ਜਿਸ ਨੂੰ ਰਵਿੰਦਰਨਾਥ ਟੈਗੋਰ ਨੇ ਬ੍ਰਹਿਮੰਡ ਗਾਨ ਕਹਿ ਕੇ ਉਸਤਤ ਕੀਤੀ ਹੈ। ਗगन में थाल राव चांद दीपक बने, तारका मंडल जनक मोती, धूप मलियानड़ो पवन चवरो करे, सगल बनराए फुलंत ज्योति, कैसी आरती होए भाव खंडना तेरी आरती, अनहता शब्द वजंत पेरी। 2020 ਦੇ ਪੈਂਡੈਮਿਕ ਸਮੇਂ ਜਦੋਂ ਸਭ ਕੁਝ ਠਹਿਰ ਗਿਆ ਲੱਗਾ ਸੀ, ਗੁਰੂ ਨਾਨਕ ਦੇਵ ਜੀ ਦਾ ਫਰਮਾਨ ਪੂਰੇ ਬ੍ਰਹਿਮੰਡ ਵਿੱਚ ਅਡੋਲ, ਨਿਰਵਿਘਨ, ਨਿਰੰਤਰ ਜਾਰੀ ਰਹਿ ਕੇ ਹਰ ਪ੍ਰਾਣੀ ਮਾਤਰ ਤੱਕ ਪਹੁੰਚ ਰਿਹਾ ਸੀ। ਮੈਂ ਇਹ ਦੱਸਣਾ ਵੀ ਜ਼ਰੂਰੀ ਸਮਝਦੀ ਹਾਂ ਕਿ ਸ੍ਰੀ ਅੰਮ੍ਰਿਤ ਸਰੋਵਰ ਵਿੱਚ ਜਲ ਦੀ ਸਪਲਾਈ ਰਾਵੀ ਦਰਿਆ ਵਿੱਚੋਂ ਮਾਧੋਪੁਰ ਤੋਂ ਹੰਸਲੀ ਛੋਟੀ ਨਹਿਰ ਸ਼ੁਰੂ ਕਰਕੇ ਕੀਤੀ ਗਈ। ਉਪਰੰਤ 1785 ਈਸਵੀ ਵਿੱਚ ਨਿਰਮਲ ਜਲ ਸਰੋਵਰ ਵਿੱਚ ਪੈਣ ਲੱਗਾ। ਸ੍ਰੀ ਅੰਮ੍ਰਿਤ ਸਰੋਵਰ ਦੀ ਸਮੇਂ-ਸਮੇਂ ਤੇ ਕਾਰ ਸੇਵਾ ਕੀਤੀ ਜਾਂਦੀ ਹੈ। ਸਰੋਵਰ ਨੂੰ ਸਹੀ ਢੰਗ ਤਰੀਕੇ ਨਾਲ ਖਾਲੀ ਕਰਕੇ ਵਿਧੀ ਵਿਧਾਨ ਨਾਲ ਸੰਪੂਰਨ ਹੁੰਦੀ ਹੈ। 1573 ਈਸਵੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਪਹਿਲੀ ਕਾਰ ਸੇਵਾ ਕਰਵਾਈ ਗਈ ਸੀ। 17 ਜੂਨ 1923 ਈਸਵੀ ਨੂੰ ਇਸ ਦੀ 8ਵੀਂ ਕਾਰ ਸੇਵਾ ਆਰੰਭ ਹੋਈ ਸੀ। 9ਵੀਂ ਕਾਰ ਸੇਵਾ ਤਕਰੀਬਨ 50 ਸਾਲ ਬਾਅਦ 1973 ਈਸਵੀ ਦੇ ਸ਼ੁਰੂ ਵਿੱਚ ਆਰੰਭ ਕੀਤੀ ਗਈ ਸੀ। ਮੈਂ ਇਸ ਸੇਵਾ ਦਾ ਸੰਪੂਰਨ ਨਜ਼ਾਰਾ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਮਾਣਿਆ ਹੈ, ਕਿਉਂਕਿ ਸਾਡੀ ਰਿਹਾਇਸ਼ ਬਿਲਕੁਲ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਜ਼ਦੀਕ ਹੀ ਸੀ। रहनी रहे ओ सिख मेरा, ओ साहिब मैं उसका चेला, जब लग खालसा रहे न्यारा। ਖਾਲਸੇ ਨੂੰ ਨਿਆਰਾ ਰੱਖਣ ਲਈ ਸਾਰੇ ਗੁਰਧਾਮਾਂ ਵਿੱਚ ਇੱਕ ਰਹਿਤ ਮਰਿਆਦਾ ਨੂੰ ਲਾਗੂ ਕਰਨਾ ਸਮੇਂ ਦੀ ਲੋੜ ਸੀ। ਇਸ ਦੀ ਸੇਵਾ ਦੀ ਰਹਿਨੁਮਾਈ ਕਰਨ ਲਈ ਵੀ ਸਮੂਹ ਸਿੱਖ ਪੰਥ ਨੇ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਿੱਖ ਰਹਿਤ ਮਰਿਆਦਾ ਵਿੱਚ ਸਿੱਖ ਦੀ ਤਾਰੀਫ। ਜੋ ਇਸਤਰੀ ਦਾ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਪਿਤਾ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ, ਉਹ ਇੱਕ ਸਿੱਖ ਹੈ। ਸਿੱਖ ਦੀ ਰਹਿਣੀ ਦੋ ਤਰ੍ਹਾਂ ਦੀ ਹੈ, ਪਹਿਲੀ ਸ਼ਖਸੀ ਤੇ ਦੂਸਰੀ ਪੰਥਕ। ਸ਼ਖਸੀ ਰਹਿਣੀ ਨਾਮ ਬਾਣੀ ਦਾ ਅਭਿਆਸ, ਅਰਦਾਸ, ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਅਭਿਆਸ, ਗੁਰਦੁਆਰਾ ਸਾਹਿਬ ਵਿੱਚ ਕੀਰਤਨ ਕਰਨਾ, ਹੁਕਮ ਲੈਣਾ, ਸਧਾਰਨ ਪਾਠ, ਅਖੰਡ ਪਾਠ ਸਾਹਿਬ ਤੇ ਉਸ ਦਾ ਆਰੰਭ, ਭੋਗ, ਕੜਾਹ ਪ੍ਰਸ਼ਾਦ, ਗੁਰਬਾਣੀ ਦੀ ਕਥਾ ਆਦਿ ਤੇ ਵਿਸਥਾਰ ਸਹਿਤ ਨਿਯਮਾਂ ਦੀ ਜਾਣਕਾਰੀ ਹੈ। ਗੁਰਮਤਿ ਦੀ ਰਹਿਣੀ। ਸਿੱਖ ਦੀ ਰਹਿਣੀ ਕਿਰਤ ਵਿਰਤ ਗੁਰਮਤਿ ਅਨੁਸਾਰ ਹੋਣ ਦੇ ਨਾਲ ਹੀ ਜਾਤ ਪਾਤ, ਛੂਤ ਛਾਤ, ਜੰਤਰ ਮੰਤਰ, ਤੰਤਰ ਆਦਿ ਕੋਈ ਵੀ ਕਰਮ ਕਾਂਡ ਨਹੀਂ ਮੰਨਣਾ। ਖਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ, ਪਰ ਕਿਸੇ ਹੋਰ ਦਾ ਦਿਲ ਨਾ ਦੁਖਾਵੇ। ਸਿੱਖ ਭੰਗ, ਅਫੀਮ, ਤਮਾਕੂ, ਸ਼ਰਾਬ ਆਦि ਨਸ਼ੇ ਦੀ ਵਰਤੋਂ ਨਾ ਕਰੇ। ਅਮਲ ਪ੍ਰਸ਼ਾਦੇ ਦਾ ਹੀ ਰੱਖੇ। गुरु का सिख गरीब दी रसना नु गुरु की गोलक जाने। कन्या ना मारे, पर बेटी को बेटी जाने, पर स्त्री को मात बखाने। एका नारी जती रहे। ये स्त्री ते भी लागू है। पुरुष ते स्त्री दोवें ही गुर मर्यादा दा पालन करन। गुरु नानक देव जी फरमाउंदे हन, खसम विसार किए रस भोग, तां तन उठ खलोए रोग। ਕਿਉਂਕਿ ਸਿੱਖ ਧਰਮ ਇਸਤਰੀ ਤੇ ਪੁਰਸ਼ ਦੋਹਾਂ ਨੂੰ ਹੀ ਬਰਾਬਰਤਾ ਦਾ ਦਰਜਾ ਦਿੰਦਾ ਹੈ, ਇਸ ਲਈ ਪੁਰਸ਼ ਤੇ ਇਸਤਰੀ ਦੋਹਾਂ ਲਈ ਪੁਨਰ ਸੰਯੋਗ ਵਿਆਹ ਦਾ ਵੀ ਹੁਕਮ ਹੈ। ਵਿਆਹਯੋਗ ਉਮਰ ਦੇ ਬੱਚਿਆਂ ਲਈ ਆਨੰਦ ਕਾਰਜ ਦੀ ਰਸਮ ਨਿਭਾਈ ਜਾਣੀ ਹੈ। ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਐ ਸੋਏ। ਜਨਮ ਤੇ ਨਾਮ ਸੰਸਕਾਰ ਦੀ ਗੁਰਮਤਿ ਅਨੁਸਾਰ ਵਿਧੀ ਹੈ। ਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ। ਦੁਨੀਆ ਵਿੱਚ ਆਉਣਾ ਤੇ ਜਾਣਾ ਪਰਮਾਤਮਾ ਦੇ ਹੁਕਮ ਵਿੱਚ ਹੈ, ਇਸ ਲਈ ਮ੍ਰਿਤਕ ਸੰਸਕਾਰ ਤੇ ਇਸ ਨਾਲ ਸੰਬੰਧਿਤ ਗੁਰਮਤਿ ਅਨੁਸਾਰ ਰੀਤੀਆਂ ਦੀ ਜਾਣਕਾਰੀ। ਸਿੱਖ ਧਰਮ ਵਿੱਚ ਸੇਵਾ, ਸਿਮਰਨ ਤੇ ਦਸਵੰਧ ਨੂੰ ਵੀ ਖਾਸ ਮਹੱਤਵ ਪ੍ਰਾਪਤ ਹੈ। ਸੇਵਾ ਸਿੱਖ ਧਰਮ ਦਾ ਉੱਘਾ ਅੰਗ ਹੈ। ਗੁਰਦੁਆਰਾ ਸਾਹਿਬ ਵਿਖੇ ਝਾੜੂ ਲਗਾਉਣਾ, ਸੰਗਤਾਂ ਦੀ ਪਾਣੀ ਤੇ ਪੱਖੇ ਦੀ ਸੇਵਾ, ਲੰਗਰ ਦੀ ਸੇਵਾ, ਜੋੜੇ ਝਾੜਨ ਦੀ ਸੇਵਾ ਆਦਿ ਮੁੱਖ ਸੇਵਾਵਾਂ ਹਨ। ਪੰਥਕ ਰਹਿਣੀ ਵਿੱਚ ਨੰਬਰ 1 ਗੁਰੂ ਪੰਥ, ਨੰਬਰ 2 ਅੰਮ੍ਰਿਤ ਸੰਸਕਾਰ, ਨੰਬਰ 3 ਤਨਖਾਹ ਲਗਾਉਣ ਦੀ ਵਿਧੀ, ਨੰਬਰ 4 ਗੁਰਮਤਾ ਕਰਨ ਦੀ ਵਿਧੀ, ਨੰਬਰ 5 ਸਥਾਨਕ ਫੈਸਲਿਆਂ ਦੀ ਅਪੀਲ ਦਾ ਨਿਪਟਾਰਾ ਕਰਨਾ ਆਦਿ ਸ਼ਾਮਿਲ ਹੈ।
मैं संखेप विच आप जी नाल जानकारी सांझी कर रही हाँ। इस सिख रहत मर्यादा के खरड़े नूं तैयार करने लई समूह सिख पंथ के आगुआं पूरे अणवंडे हिंदुस्तान दीआं धार्मिक ते समाजिक जथेबंदियां नाल विचार वटांदरे कीते गए। लिखती राय ते सुझाव लए गए। सारे देश विचों पंजाब, झेलम, नांदेड़, पटना, कलकत्ता, मलाया, रावलपिंडी, मुल्तान, कराची, गुजरांवाला, गुजरात, मुंबई, लाहौर, बर्मा, सरगोदा, अमेरिका आदि अनेक थावां दीआं पंथक जथेबंदियां, सिक्ख्या ते समाजिक संस्थावां, निर्मलियां, SGPC के अहुदेदारां, मैंबरां, प्रसिद्ध विद्वानां पासों चिट्ठी पत्र राहीं मिल बैठ के लंबे समय तक विख्यान ते विचारां करन उपरंत खरड़ा तैयार किया गया। सोच सुधाई उपरंत SGPC की धार्मिक रीत सलाहकार कमेटी तो प्रवानगी लई गई, फिर प्रकाशित किया गया, जिस तो अज भी रहनुमाई ली जा सकती है। डॉक्टर जोगिंदर सिंह, गुरु नानक देव यूनिवर्सिटी अमृतसर, सिख लीडरशिप अर्ली 20th सेंचुरी, पेज 91, 92, 100, 102, 265, 266 विच उन्हां बारे लिखते हैं। पंजाबी रूपांतर जथेदार मोहन सिंह जी नागोके नूं 1947 ईस्वी नूं भारत की वंड समय भड़के फिरकू दंगिया समय सिखां, हिंदुआं ते मुसलमानां दे सेवियर वजों वेख्या जांदा है, क्योंकि इन्हां ने सैकड़े हज़ारां दंगा पीड़तां नूं हर पाख तो मदद अते आसरा दिता। पाकिस्तान तो घर घाट लुटा के आए पंजाबियों ते बाकी रिफ्यूजियां नूं भारत विच मुड़ वसाउण लई तनो मनो मदद की। अकाली मार्केट, अकाली बाग, शहीद मार्केट बना के SGPC की इनकम में चौखा वाधा किया। 1935 ईस्वी विच बनाई गई सिख रहत मर्यादा के डॉक्यूमेंट तैयार करने विच जथेदार जी का महत्वपूर्ण योगदान है। भावें 1936 ईस्वी की शहीदगंज मूवमेंट ही होवे। 1944 ईस्वी विच जथेदार जी श्री अकाल तख्त साहब के जथेदार के नाल ही यूनानिमसली प्रेजिडेंट SGPC भी बनाए गए। उन्होंने कई सिक्ख्या संस्थावां शुरू करवाइयां। उन्होंने श्री दरबार साहब विखे नवीं परिक्रमा ते नवें बूंगियां दी उसारी करवाई। हजारों साल नरगिस अपनी बेनूरी पे रोती है, बड़ी मुश्किल से होता है चमन में दीदार पैदा। जथेदार मोहन सिंह जी नागोके ने प्रेजिडेंट SGPC ਅਤੇ जथेदार श्री अकाल तख्त साहब जी धार्मिक रीत कमेटी के मैंबर वजों 1952 1952 ईस्वी तक होर भी इतिहासक ते करड़े फैसले लए, जिन्हां लई मैं होर सोमे ते पुस्तकां पढ़ ते विचार रही हाँ, क्योंकि जथेदार नागोके जी वल्लों की गए सारे ही काम मील दा पत्थर होण दा मान रखते हैं। हुक्मे अंदर सब को, बाहर हुक्म ना कोई। 2020 की विश्वव्यापी महामारी ਅਤੇ लॉकडाउन के समय सब चेहरे छुपा के सेल्फ हाउस अरेस्ट में चले गए। हुण तक दियां मनुखी कदरां कीमतां तक बदल गईयां। करोना वारियर होने करके जिथे बंदा बंदे दा दारू बन गया, उत्थे ही किते करोना कैरियर ना होवे पराया लगन लगा। गल की मौत ही इंसान की दुश्मन नहीं, मौत ही इंसान की दुश्मन नहीं, जिंदगी भी जान लेकर जाएगी। कवि की कल्पना साकार हो गई। परंतु ये भी सच है कि मारे राखे आपे आप, मानिक के किछ नाही हाथ। जिथे लखां लोकां ने पैंडेमिक उत्ते फतेह पाई, उत्थे ही अनेक जिंदगी दी जंग हार भी गए। केल करेंदे हंज नूं अचिंते बाज पए तिस रब दे, केलां विसरियां जो मन चित ना चेते सी, सा गल नहीं रब कीयां। परंतु जिवें डिग पैण दे डरों पंछी उडारी मारनी नहीं छड्डदे, गड़ेमारी पिछों बची हुई फसल सांभण लई किसान फिर खेत दे बन्ने आ खलोंदा है। वैश्विक महामारी 2020 के लॉकडाउन ने मैनू आप सब दे रूबरू YouTube दे अपनी ई-बुक थ्रू माई आइज माई ग्रैंडफादर लिखण ते आप सूझवान स्रोतियां दे रूबरू पढ़न सुणन ते पेशकारी का मौका दिता। सारे परिवार दे घर विच रहण करके मैं एकांतवास हो के इकाग्रता नाल पढ़दी लिखदी ते विचारदी रही। चैप्टर 13 विच मैं आप सब सूझवान स्रोतियां नाल जथेदार नागोके जी के जीवन दे 1952 तो 1969 ईस्वी तक दे सफर, उन्हां दे व्यक्तिगत गुणां दी बेशकीमती वनगी, जिस राही मैं भी ते होरनां वांग उन्हां तो जीवन जाच सीखी, उसका सफर जारी रखांगे।
1958 ਵਿੱਚ ਸਬਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਯੂਨਾਈਟਿਡ ਪੰਜਾਬ ਦੇ ਮੈਂਬਰ ਵਜੋਂ ਪੜ੍ਹੇ ਲਿਖੇ ਨੌਜਵਾਨ ਬੇਟੇ ਬੇਟੀਆਂ ਨੂੰ ਸਰਕਾਰੀ ਨੌਕਰੀ ਦੇ ਕੇ ਉਹਨਾਂ ਦਾ ਭਵਿੱਖ ਉਜਵਲ ਕਰਨ ਦੇ ਨਾਲ ਹੀ ਬੇਰੁਜ਼ਗਾਰੀ ਖਤਮ ਕਰਨ ਲਈ ਆਪਣਾ 100% ਯੋਗਦਾਨ ਦਿੱਤਾ। ਇਸ ਲਈ ਯੂਨਾਈਟਿਡ ਪੰਜਾਬ, ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਤੇ ਯੂਪੀ ਦਾ ਵੀ ਕੁਝ ਹਿੱਸਾ ਸ਼ਾਮਲ ਸੀ, ਅੱਜ ਵੀ ਇੱਕ ਬੈਂਚਮਾਰਕ ਵਾਂਗ ਯਾਦ ਕੀਤਾ ਜਾਂਦਾ ਹੈ। ਹਰ ਰੋਜ਼ ਹਰ ਸਿੱਖ ਅਰਦਾਸ ਵਿੱਚ ਗੁਰੂ ਤੇਗ ਬਹਾਦਰ ਸਿਮਰਿਐ ਕਰ ਨੌ ਨਿਤ ਆਵੇ ਤਾਏ, ਸਭ ਥਾਈਂ ਹੋਏ ਸਹਾਇ ਸਿਮਤ ਆਏ। ਮੈਂ ਨਿਮਰਤਾ ਸਹਿਤ ਗੱਲ ਕਰ ਰਹੀ ਹਾਂ ਹਿੰਦ ਦੀ ਚਾਦਰ, ਤਿਲਕ ਤੇ ਜੰਜੂ ਦੇ ਰਾਖੇ, ਜਿਨ੍ਹਾਂ ਧਰਮ ਹੈ ਸੀਸ ਦੇ ਕੇ ਸਾਨੂੰ ਸਭ ਨੂੰ ਅਣਖੀ ਜੀਵਨ ਜੀਣ ਦੀ ਜਾਚ ਸਿਖਾਈ। ਉਹ ਸਾਬਤ ਕਰ ਗਏ ਕਿ ਉਹ ਜਾਤਾਂ, ਧਰਮਾਂ, ਨਸਲਾਂ, ਦੇਸ਼ਾਂ ਤੇ ਸੰਸਾਰ ਦੇ ਹੱਦ ਬਨਿਆਂ ਤੋਂ ਉੱਪਰ ਉੱਠ ਕੇ ਇੱਕ ਸਰਬ ਸਾਂਝੇ ਮਹਾਂਪੁਰਸ਼ ਹਨ। ਉਹਨਾਂ ਦਾ ਬਲੀਦਾਨ ਸਮੂਹ ਲੋਕਾਈ ਮਨੁੱਖ ਜਾਤੀ ਨੂੰ ਇਹ ਸੰਦੇਸ਼ ਵੀ ਦੇ ਗਿਆ ਕਿ ਅੱਗੇ ਤੋਂ ਕੋਈ ਵਿਅਕਤੀ ਜਾਂ ਸ਼ਕਤੀ ਮਨੁੱਖ ਦੇ ਮੁੱਢਲੇ ਅਧਿਕਾਰਾਂ ਅਤੇ ਸੁਤੰਤਰਤਾ ਵਿੱਚ ਦਖਲ ਦੇਣ ਬਾਰੇ ਸੋਚੇ ਵੀ ਨਾ। ਮੈਂ ਇਹ ਚੈਪਟਰ 12 ਬੜੀ ਨਿਮਰਤਾ ਅਤੇ ਸਤਿਕਾਰ ਸਹਿਤ ਉਹਨਾਂ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡੈਡੀਕੇਟ ਕਰਦੀ ਹਾਂ। ਆਓ ਅਸੀਂ ਸਾਰੇ ਆਪਣੇ ਦੇਸ਼ ਪ੍ਰੇਮ, ਰਿਲੀਜੀਅਸ ਐਂਡ ਕਲਚਰਲ ਹੈਰੀਟੇਜ ਦੀ ਵੰਨ-ਸੁਵੰਨਤਾ, ਆਪਸੀ ਸਤਿਕਾਰ ਅਤੇ ਸਾਂਝੀਵਾਲਤਾ ਦੀ ਵਿਰਾਸਤ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਂਦੇ ਹੋਏ ਸਾਲ 2021 ਈਸਵੀ ਵਿੱਚ ਨਵੇਂ ਤੇ ਮਜ਼ਬੂਤ ਸੰਕਲਪਾਂ ਨਾਲ ਅੱਗੇ ਵਧੀਏ। ਜਿਉਂਦੇ ਰਹੋ, ਵਸਦੇ ਰਹੋ, ਨਿਰੋਗ ਰਹੋ, ਖੁਸ਼ ਰਹੋ। ਸਤਿ ਸ੍ਰੀ ਅਕਾਲ।